Morning found the town of Motihari black with peasants. ਅਗਲੀ ਸਵੇਰ ਮੋਤੀਹਾਰੀ ਦੇ ਵਿੱਚ ਬਹੁਤ ਸਾਰੇ ਕਿਸਾਨ ਇਕੱਠੇ ਹੋ ਚੁੱਕੇ ਸਨ। They did not know ਗਾਂਧੀ ਜੀ ਰਿਕਾਰਡ ਇਨ ਸਾਊਥ ਅਫਰੀਕਾ। ਉਹ ਗਾਂਧੀ ਜੀ ਦੇ ਸਾਊਥ ਅਫਰੀਕਾ ਵਾਲੇ ਰਿਕਾਰਡ ਬਾਰੇ ਕੁਝ ਵੀ ਨਹੀਂ ਜਾਣਦੇ ਸਨ। They had merely heard that a ਮਹਾਤਮਾ, ਉਹਨਾਂ ਨੇ ਕੇਵਲ ਇਹੀ ਸੁਣਿਆ ਸੀ ਕਿ ਇੱਕ ਮਹਾਤਮਾ who wanted to help them, ਜੋ ਉਹਨਾਂ ਦੀ ਸਹਾਇਤਾ ਕਰਨੀ ਚਾਹੁੰਦਾ ਸੀ, was in trouble with the authorities, ਕਿ ਉਸਦਾ ਅਥਾਰਟੀਜ਼ ਦੇ ਨਾਲ ਕੋਈ ਲੜਾਈ ਝਗੜਾ ਹੈ। ਦੇਅਰ ਸਪੋਂਟੇਨੀਅਸ ਡਿਮੋਨਸਟ੍ਰੇਸ਼ਨ, ਉਹਨਾਂ ਦਾ ਜੋ ਅਚਾਨਕ ਪ੍ਰਦਰਸ਼ਨ ਸੀ, ਇਨ ਥਾਊਜ਼ੈਂਡਸ, ਹਜ਼ਾਰਾਂ ਦੇ ਵਿੱਚ, ਅਰਾਊਂਡ ਦਾ ਕੋਰਟ ਹਾਊਸ ਦੇ ਦੁਆਲੇ, ਵਾਜ਼ ਦਾ ਬਿਗਨਿੰਗ ਆਫ ਦੇਅਰ ਲਿਬਰੇਸ਼ਨ ਫਰੋਮ ਦਾ ਫੀਅਰ ਆਫ ਦਾ ਬ੍ਰਿਟਿਸ਼। ਇਹ ਜੋ ਇਕੱਠ ਹਜ਼ਾਰਾਂ ਦੇ ਵਿੱਚ ਇਹਨਾਂ ਕਿਸਾਨਾਂ ਨੇ ਕਰ ਲਿਆ ਸੀ ਕੋਰਟ ਦੇ ਬਾਹਰ, ਇਹ ਕੀ ਹੈ, ਉਹਨਾਂ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਇੱਕ ਸ਼ੁਰੂਆਤ ਹੀ ਸੀ। The official felt powerless without Gandhi's cooperation। ਜੋ ਅਫਸਰ ਸਨ ਉਹ ਕੀ ਹੈ, ਬੜਾ ਹੀ ਆਪਣੇ ਆਪ ਨੂੰ ਪਾਵਰਲੈਸ ਮਹਿਸੂਸ ਕਰ ਰਹੇ ਸਨ ਗਾਂਧੀ ਜੀ ਦੀ ਕੋਆਪਰੇਸ਼ਨ ਤੋਂ ਬਿਨਾਂ, ਗਾਂਧੀ ਜੀ ਦੇ ਮਿਲਵਰਤਨ ਤੋਂ ਬਿਨਾਂ, ਕਿਉਂਕਿ ਕਿਸਾਨ ਹੀ ਉੱਥੇ ਇੰਨੇ ਇਕੱਠੇ ਹੋ ਗਏ ਸਨ ਕਿ ਆਫੀਸ਼ੀਅਲਸ ਤੋਂ, ਅੰਗਰੇਜ਼ਾਂ ਤੋਂ ਉਹ ਸਾਹਮਣੇ ਮੁਸ਼ਕਲ ਹੋ ਗਏ ਸਨ। He helped them regulate the crowd। ਗਾਂਧੀ ਜੀ ਨੇ ਕੀ ਹੈ, ਉਹਨਾਂ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਇਸ ਸਾਰੀ ਕਰਾਊਡ ਨੂੰ ਰੈਗੂਲੇਟ ਕਰਨ ਦੇ ਵਿੱਚ, ਇੱਕ ਪ੍ਰਬੰਧ ਦੇ ਕਰਨ ਦੇ ਵਿੱਚ। ਹੀ ਵਾਜ਼ ਪੋਲਾਈਟ ਐਂਡ ਫਰੈਂਡਲੀ। ਗਾਂਧੀ ਜੀ ਕੀ ਸਨ, ਪੂਰੀ ਤਰ੍ਹਾਂ ਪੋਲਾਈਟ ਸਨ, ਫਰੈਂਡਲੀ ਸਨ। ਹੀ ਵਾਜ਼ ਗਿਵਿੰਗ ਦੈਮ ਕੰਕਰੀਟ ਪ੍ਰੂਫ। ਉਹ ਉਹਨਾਂ ਨੂੰ ਕੀ ਹੈ, ਕਿਸਾਨਾਂ ਨੂੰ ਇੱਕ ਪੱਕੇ ਪ੍ਰੂਫ ਦੇ ਰਹੇ ਸਨ। ਅੰਗਰੇਜ਼ਾਂ ਨੂੰ ਇਹ ਪ੍ਰੂਫ ਦੇ ਰਹੇ ਸਨ। ਕਿਸਾਨ ਬਹੁਤ ਜ਼ਿਆਦਾ ਇਕੱਠੇ ਹੋ ਗਏ ਸਨ ਗਾਂਧੀ ਜੀ ਦੇ ਨਾਲ, ਅਤੇ ਇਸ ਤਰ੍ਹਾਂ ਕੀ ਹੈ, ਗਾਂਧੀ ਜੀ ਅੰਗਰੇਜ਼ਾਂ ਨੂੰ ਇੱਕ ਤਰ੍ਹਾਂ ਦਾ ਪ੍ਰੂਫ ਦੇ ਰਹੇ ਸਨ ਕਿ ਦੈਟ ਦੇਅਰ ਮਾਈਟ, ਕਿ ਉਹਨਾਂ ਦੀ ਸ਼ਕਤੀ, ਹੇਥਰੋ ਡਰੈਡ, ਹੇਥਰੋ ਕੀ ਹੁੰਦੀ ਆ, ਹੁਣ ਤੱਕ, ਡਰੈਡ ਐਂਡ ਅਨਕੁਐਸਚਨਡ, ਜੋ ਹੁਣ ਤੱਕ ਬਹੁਤ ਜ਼ਿਆਦਾ ਡਰਾਉਣੀ ਸੀ ਉਹਨਾਂ ਦੀ ਸ਼ਕਤੀ, ਅਤੇ ਜਿਸ ਤੇ ਕੋਈ ਕੁਐਸਚਨ ਹੁਣ ਤੱਕ ਨਹੀਂ ਕੀਤਾ ਗਿਆ ਸੀ, ਕੁਡ ਬੀ ਚੈਲੰਜਡ ਬਾਈ ਇੰਡੀਅਨਸ, ਕਿ ਉਹ ਇੰਡੀਅਨਸ ਦੁਆਰਾ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਸੀ। ਤਾਂ ਗਵਰਨਮੈਂਟ ਵਾਜ਼ ਬੈਫਲਡ, ਜੋ ਗਵਰਨਮੈਂਟ ਸੀ ਪੂਰੀ ਤਰ੍ਹਾਂ ਕਨਫਿਊਜ਼ ਹੋ ਚੁੱਕੀ ਸੀ। ਦਾ ਪ੍ਰੋਸਟੀਕਿਊਟਰ, ਪ੍ਰੋਸੀਕਿਊਟਰ ਕੀ ਹੁੰਦਾ, ਗਵਰਨਮੈਂਟ ਲਾਇਰ ਸੀ, ਜੋ ਵਕੀਲ ਸੀ, ਸਰਕਾਰੀ ਵਕੀਲ, ਰਿਕੁਐਸਟਡ ਦਾ ਜੱਜ ਟੂ ਪੋਸਟਪੋਨ ਦਾ ਟ੍ਰਾਇਲ। ਉਸਨੇ ਜੱਜ ਨੂੰ ਕੀ ਰਿਕੁਐਸਟ ਕੀਤੀ, ਬੇਨਤੀ ਕੀਤੀ ਕਿ ਇਸ ਕੇਸ ਨੂੰ ਅੱਗੇ ਪਾ ਦਿੱਤਾ ਜਾਵੇ। ਅਪਰੈਂਟਲੀ ਦਾ ਅਥਾਰਟੀਜ਼ ਵਿਸ਼ਡ ਟੂ ਕੰਸਲਟ ਦੇਅਰ ਸੁਪੀਰੀਅਰਸ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੋ ਅਥਾਰਟੀ ਹੈ, ਆਪਣੇ ਸੁਪੀਰੀਅਰਸ ਜੋ ਹਨ, ਜੋ ਉਹਨਾਂ ਦੇ ਵੱਡੇ ਹਨ, ਉਹਨਾਂ ਦੇ ਨਾਲ ਇਸ ਸੰਬੰਧ ਵਿੱਚ ਵਿਚਾਰ ਕਰਨਾ ਚਾਹੁੰਦੀ ਸੀ। ਗਾਂਧੀ ਪ੍ਰੋਟੈਸਟਡ ਅਗੇਂਸਟ ਦਾ ਡਿਲੇ। ਗਾਂਧੀ ਜੀ ਨੇ ਕੀ ਹੈ, ਕਿਸੇ ਤਰ੍ਹਾਂ ਵੀ ਦੇਰੀ ਦਾ ਵਿਰੋਧ ਕੀਤਾ। ਹੀ ਰੈਡ ਦਾ ਸਟੇਟਮੈਂਟ ਪਲੀਡਿੰਗ ਗਿਲਟੀ। ਉਹਨਾਂ ਨੇ ਇੱਕ ਸਟੇਟਮੈਂਟ ਉੱਥੇ ਪੜ੍ਹੀ ਕਿ ਮੈਂ ਦੋਸ਼ੀ ਹਾਂ। ਗਾਂਧੀ ਜੀ ਨੇ ਕੀ ਕਿਹਾ ਕਿ ਮੈਂ ਦੋਸ਼ੀ ਹਾਂ। ਹੀ ਵਾਜ਼ ਇਨਵੋਲਵਡ। ਗਾਂਧੀ ਜੀ ਨੇ ਕਿਹਾ ਕਿ ਉਹ ਇਨਵੋਲਵ ਸੀ। ਹੀ ਟੋਲਡ ਦਾ ਕੋਰਟ ਨੂੰ ਦੱਸਿਆ, ਇਨ ਆ ਕਨਫਲਿਕਟ ਆਫ ਡਿਊਟੀਜ਼, ਇੱਕ ਫਰਜ਼ਾਂ ਦੇ ਸੰਘਰਸ਼ ਦੇ ਵਿੱਚ ਉਹ ਇਨਵੋਲਵ ਸੀ। ਔਨ ਦਾ ਵਨ ਹੈਂਡ, ਐਂਡ not to set a bad example as a lawbreaker on the other hand। ਇੱਕ ਪਾਸੇ ਤਾਂ ਉਹ ਆਪਣੇ ਫਰਜ਼ਾਂ ਵਿੱਚ ਬੱਝੇ ਹੋਏ ਸਨ, ਅਤੇ ਦੂਜੇ ਪਾਸੇ ਕੀ ਆ, ਉਹ ਇੱਕ ਲਾਅ ਬ੍ਰੇਕਰ ਬਣ ਕੇ ਵੀ ਇੱਕ ਬੈਡ ਐਗਜ਼ਾਮਪਲ ਸੈੱਟ ਨਹੀਂ ਕਰਨਾ ਚਾਹੁੰਦੇ ਸਨ। ਟੂ ਰੈਂਡਰ ਦਾ ਹਿਊਮੈਨਿਟੇਰੀਅਨ ਐਂਡ ਨੈਸ਼ਨਲ ਸਰਵਿਸ, ਇੱਕ ਮਨੁੱਖਤਾ ਅਤੇ ਨੈਸ਼ਨਲ ਦੀ, ਨੇਸ਼ਨ ਦੀ ਕੀ ਆ, ਉਹ ਸਰਵਿਸ ਕਰਨਾ ਚਾਹੁੰਦੇ ਸਨ, ਇੱਕ ਸੇਵਾ ਦੇ ਲਈ। ਉਹ ਵੀ ਇਹ ਕੰਮ ਉਹਨਾਂ ਨੇ ਕਿਉਂ ਕੀਤਾ, ਰਾਸ਼ਟਰ ਦੀ ਸੇਵਾ ਕਰਨ ਦੇ ਲਈ ਅਤੇ ਮਨੁੱਖਤਾ ਦੀ ਸੇਵਾ ਕਰਨ ਦੇ ਲਈ। ਫੋਰ ਵਿੱਚ ਹੀ ਹੈਡ ਕਮ, ਜਿਸ ਕੰਮ ਦੇ ਲਈ ਉਹ ਆਏ ਸਨ, ਜਿਸ ਉਦੇਸ਼ ਦੇ ਲਈ ਉਹ ਆਏ ਸਨ, ਉਹਨਾਂ ਨੇ ਤਾਂ ਸਿਰਫ ਕੀ ਕੀਤਾ ਹੈ, ਮਨੁੱਖਤਾ ਦੀ ਸੇਵਾ ਕੀਤੀ ਹੈ ਅਤੇ ਰਾਸ਼ਟਰ ਦੀ ਸੇਵਾ ਹੀ ਕੀਤੀ ਹੈ। ਹੀ ਡਿਸਰਿਗਾਰਡਡ ਦਾ ਆਰਡਰ ਟੂ ਲੀਵ। ਉਹਨਾਂ ਨੇ ਕੀ ਹੈ, ਡਿਸਰਿਗਾਰਡ ਕੀਤਾ ਇਸ ਆਰਡਰ ਦਾ, ਟੂ ਲੀਵ, ਨਾਟ ਫॉर ਵਾਂਟ ਟੂ ਰਿਸਪੈਕਟ ਫॉर ਲਾਲੈਸ ਅਥਾਰਟੀ। ਉਹਨਾਂ ਨੇ ਉੱਥੋਂ ਚਲੇ ਜਾਣ ਦੇ ਜੋ ਆਰਡਰ ਗਾਂਧੀ ਜੀ ਨੂੰ ਮਿਲਿਆ ਸੀ, ਉਸ ਦਾ ਡਿਸਰਿਗਾਰਡ ਕੀਤਾ ਸੀ, ਇਸ ਕਰਕੇ ਨਹੀਂ ਕਿ ਉਹਨਾਂ ਦੇ ਵਿੱਚ ਕਮੀ ਸੀ ਆਫ ਰਿਸਪੈਕਟ ਫॉर ਲਾਫੁਲ ਅਥਾਰਟੀ, ਕਿ ਉਹ ਕਾਨੂੰਨ ਦੀ ਆਦਰ ਨਹੀਂ ਕਰਦੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕਮੀ ਸੀ, ਇਹ ਗੱਲ ਨਹੀਂ ਸੀ। ਬਟ ਇਨ ਓਬੀਡੀਐਂਸ ਟੂ ਦਾ ਹਾਈਅਰ ਲਾਅ, ਪਰ ਇੱਕ ਇਸ ਤੋਂ ਵੀ ਵੱਡੇ ਕਾਨੂੰਨ ਦੀ ਉਹ ਪਾਲਣਾ ਕਰ ਰਹੇ ਸੀ, ਆਫ ਆਰ ਬੀਇੰਗ, ਉਹ ਜੋ ਕੀ ਹੈ, ਸਾਡੀ ਹੋਂਦ ਦਾ ਇੱਕ ਕਾਨੂੰਨ ਹੈ, ਮੈਂ ਉਸ ਦੀ ਪਾਲਣਾ ਕਰ ਰਿਹਾ ਸੀ। ਗਾਂਧੀ ਜੀ ਨੇ ਕਿਹਾ ਇਹ ਗੱਲ ਨਹੀਂ ਹੈ ਕਿ ਮੇਰੇ ਵਿੱਚ ਕੋਈ ਇਸ ਤਰ੍ਹਾਂ ਦੀ ਕਮੀ ਹੈ ਕਿ ਮੈਂ ਕਾਨੂੰਨ ਦੀ ਪਾਲਣਾ ਨਹੀਂ ਕਰਦਾ।
ਮੈਂ ਤਾਂ ਸਿਰਫ ਕੀ ਹੈ ਇੱਕ ਹੋਰ ਉੱਚੇ ਕਾਨੂੰਨ ਦੀ ਪਾਲਣਾ ਕਰ ਰਿਹਾ ਸੀ, ਜੋ ਕਿ ਹੈ ਸਾਡੀ ਹੋਂਦ ਦਾ ਕਾਨੂੰਨ ਹੈ, ਦਾ ਵੌਇਸ ਆਫ ਕੌਨਸ਼ੀਅਸ, ਜੋ ਕਿ ਹੈ ਸਾਡੀ ਅੰਤਰ-ਆਤਮਾ ਦੀ ਆਵਾਜ਼ ਹੈ, ਮੈਂ ਉਸ ਦੀ ਪਾਲਣਾ ਕਰ ਰਿਹਾ ਸੀ। ਹੀ ਆਸਕਡ ਦਾ ਪੈਨਲਟੀ ਡਿਊ, ਉਹਨਾਂ ਨੇ ਕੀ ਆ ਆਪਣੇ ਲਈ ਪਨਿਸ਼ਮੈਂਟ ਦੀ ਮੰਗ ਕੀਤੀ ਕਿ ਜੋ ਮੈਂ ਅਪਰਾਧ ਕੀਤਾ ਹੈ, ਮੈਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਮੈਂ ਡਿਸਰਿਗਾਰਡ ਕੀਤਾ ਹੈ ਆਰਡਰ ਦਾ, ਇੱਥੋਂ ਚਲੇ ਜਾਣ ਦੇ ਆਰਡਰ ਦਾ ਮੈਂ ਡਿਸਰਿਗਾਰਡ ਕੀਤਾ ਹੈ, ਜੋ ਵੀ ਮੇਰੇ ਲਈ ਸਜ਼ਾ ਬਣਦੀ ਹੈ ਉਹ ਮੈਨੂੰ ਦਿੱਤੀ ਜਾਵੇ। The magistrate announced that he would pronounce sentence after a 2 hours recess। ਮੈਜਿਸਟ੍ਰੇਟ ਨੇ ਕੀ ਅਨਾਉਂਸ ਕੀਤਾ, ਕੀ ਘੋਸ਼ਣਾ ਕੀਤੀ ਕਿ ਉਹ ਜੋ ਸਜ਼ਾ ਹੈ 2 ਘੰਟਿਆਂ ਬਾਅਦ ਅਨਾਉਂਸ ਕਰਨਗੇ। ਐਂਡ ਆਸਕਡ ਗਾਂਧੀ ਟੂ ਫਰਨਿਸ਼ ਬੇਲ ਫॉर ਦੋਜ਼ 120 ਮਿੰਟਸ, ਅਤੇ ਗਾਂਧੀ ਜੀ ਨੂੰ ਕੀ ਕਿਹਾ ਉਹਨਾਂ ਨੇ ਕਿ ਉਹ ਇੱਕ ਜ਼ਮਾਨਤ ਲੈ ਸਕਦੇ ਹਨ ਇਹਨਾਂ 120 ਮਿੰਟਸ ਦੇ ਲਈ। ਗਾਂਧੀ ਰਿਫਿਊਜ਼ਡ, ਪਰ ਗਾਂਧੀ ਨੇ ਕਿਸੇ ਤਰ੍ਹਾਂ ਦੀ ਵੀ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ। ਦਾ ਜੱਜ ਰਿਲੀਜ਼ਡ ਹਿਮ ਵਿਦਆਊਟ ਬੇਲ, ਅਤੇ ਜੱਜ ਨੇ ਉਹਨਾਂ ਨੂੰ ਕੀ ਹੈ ਬਿਨਾਂ ਜ਼ਮਾਨਤ ਤੋਂ ਹੀ ਰਿਹਾ ਕਰ ਦਿੱਤਾ। ਵੈਨ ਦਾ ਕੋਰਟ ਰੀਕਨਵੀਨ, ਜਦ ਕੋਰਟ ਦੁਬਾਰਾ ਸਟਾਰਟ ਹੋਈ, ਦਾ ਜੱਜ ਸੈਡ ਹੀ ਵੁੱਡ ਨਾਟ ਡਿਲੀਵਰ ਦਾ ਜਜਮੈਂਟ ਫॉर ਸੈਵਰਲ ਡੇਜ਼। ਜੱਜ ਨੇ ਕੀ ਕਿਹਾ ਕਿ ਉਹ ਹੋਰ ਅੱਗੇ ਕਈ ਦਿਨਾਂ ਤੱਕ ਜਜਮੈਂਟ ਨਹੀਂ ਦੇਣਗੇ, ਫੈਸਲਾ ਨਹੀਂ ਦੇਣਗੇ। ਇਸੇ ਦੌਰਾਨ ਕੀ ਹੋਇਆ, ਹੀ ਅਲਾਉਡ ਗਾਂਧੀ ਟੂ ਰਿਮੇਨ ਐਟ ਲਿਬਰਟੀ, ਅਤੇ ਜੱਜ ਨੇ ਗਾਂਧੀ ਜੀ ਨੂੰ ਇਸ ਸਮੇਂ ਦੇ ਦੌਰਾਨ, ਜਦ ਤੱਕ ਉਹ ਫੈਸਲਾ ਨਹੀਂ ਦਿੰਦੇ, ਉਸ ਸਮੇਂ ਦੇ ਦੌਰਾਨ ਗਾਂਧੀ ਜੀ ਨੂੰ ਜੱਜ ਨੇ ਫ੍ਰੀ ਕਰ ਦਿੱਤਾ। ਰਜਿੰਦਰ ਪ੍ਰਸਾਦ, ਬ੍ਰਿਜ ਕਿਸ਼ੋਰ ਬਾਬੂ, ਮੌਲਾਨਾ ਮਜ਼ਹਰੁਲ ਹਕ ਐਂਡ ਸੈਵਰਲ ਅਦਰ ਪ੍ਰੋਮੀਨੈਂਟ ਲਾਇਰਸ ਹੈਡ ਅਰਾਈਵਡ ਫਰੋਮ ਬਿਹਾਰ। ਇਹ ਕੁਝ ਲਾਇਰਸ ਦੇ, ਕੁਝ ਵਕੀਲਾਂ ਦੇ, ਮਸ਼ਹੂਰ ਵਕੀਲਾਂ ਦੇ ਨਾਮ ਦਿੱਤੇ ਗਏ ਹਨ ਜੋ ਕੀ ਹੈ ਬਿਹਾਰ ਤੋਂ ਹੁਣ ਆ ਚੁੱਕੇ ਸਨ। ਦੇ ਕਨਫਰਡ ਵਿਦ ਗਾਂਧੀ, ਉਹਨਾਂ ਨੇ ਕੀ ਹੈ ਗਾਂਧੀ ਜੀ ਨਾਲ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ। ਵਟ ਵੁੱਡ ਦੇ ਡੂ ਇਫ ਹੀ ਵਾਜ਼ ਸੈਂਟੈਂਸ ਟੂ ਪ੍ਰਿਜ਼ਨ, ਗਾਂਧੀ ਜੀ ਨੇ ਉਹਨਾਂ ਨੂੰ ਕੀ ਕਿਹਾ ਕਿ ਉਹ ਕੀ ਕਰਨਗੇ ਜੇਕਰ ਉਸ ਨੂੰ ਸਜ਼ਾ ਮਿਲ ਗਈ, ਜੇਲ੍ਹ ਚਲਾ ਜਾਣਾ ਪਿਆ। ਗਾਂਧੀ ਜੀ ਪੁੱਛ ਰਹੇ ਹਨ ਉਹਨਾਂ ਨੂੰ ਕਿ ਜੇਕਰ ਮੈਨੂੰ ਜੇਲ੍ਹ ਜਾਣਾ ਪਿਆ ਤਾਂ ਤੁਸੀਂ ਕੀ ਕਰੋਗੇ। ਵਾਈ ਦਾ ਸੀਨੀਅਰ ਲਾਇਰਸ ਰਿਪਲਾਈਡ, ਜੋ ਸੀਨੀਅਰ ਲਾਇਰ ਸਨ ਉਹਨਾਂ ਨੇ ਕੀ ਰਿਪਲਾਈ ਕੀਤਾ, ਦੇ ਹੈਡ ਕਮ ਟੂ ਐਡਵਾਈਜ਼ ਐਂਡ ਹੈਲਪ ਹਿਮ, ਕਿ ਉਹ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਆਏ ਸਨ ਅਤੇ ਸਲਾਹ ਦੇਣ ਲਈ ਆਏ ਸਨ। ਇਫ ਹੀ ਵੈਂਟ ਟੂ ਜੇਲ ਦੇਅਰ ਵੁੱਡ ਬੀ ਨੋ ਬੋਡੀ ਟੂ ਐਡਵਾਈਜ਼, ਜੇਕਰ ਉਹ ਹੀ ਜੇਲ੍ਹ ਚਲੇ ਗਏ ਤਾਂ ਸਲਾਹ ਕਿਸ ਨੂੰ ਦਿੱਤੀ ਜਾਵੇਗੀ, ਕੋਈ ਵੀ ਨਹੀਂ ਹੋਣਾ ਜਿਸ ਨੂੰ ਅਸੀਂ ਸਲਾਹ ਦੇਈਏ। ਐਂਡ ਦੇ ਵੁੱਡ ਗੋ ਹੋਮ, ਅਤੇ ਫਿਰ ਉਹ ਘਰ ਵਾਪਸ ਚਲੇ ਜਾਣਗੇ। ਤਾਂ ਗਾਂਧੀ ਜੀ ਨੇ ਉਹਨਾਂ ਨੂੰ ਕੀ ਕਿਹਾ, ਵਟ ਅਬਾਊਟ ਦਾ ਇਨਜਸਟਿਸ ਆਫ ਸ਼ੇਅਰ ਕ੍ਰੌਪਰਸ, ਤਾਂ ਉਹਨਾਂ ਵਿਚਾਰੇ ਜੋ ਸ਼ੇਅਰ ਕ੍ਰੌਪਰਸ ਹਨ ਉਹਨਾਂ ਦੇ ਇਨਸਾਫ ਦਾ ਕੀ ਹੋਵੇਗਾ। ਗਾਂਧੀ ਡਿਮਾਂਡਡ, ਗਾਂਧੀ ਜੀ ਨੇ ਇਹ ਡਿਮਾਂਡ ਕੀਤੀ ਉਹਨਾਂ ਤੋਂ। ਦਾ ਲਾਇਰਸ ਵਿਦਡਰਿਊ ਟੂ ਕੰਸਲਟ, ਜੋ ਵਕੀਲ ਸਨ ਉਹ ਕੀ ਹੈ ਦੁਬਾਰਾ ਰਾਏ ਕਰਨ ਲੱਗੇ। ਰਜਿੰਦਰ ਪ੍ਰਸਾਦ ਹੈਜ਼ ਰਿਕਾਰਡਡ ਦਾ ਅਪਸ਼ਾਟ ਆਫ ਦੇਅਰ ਕਨਕਲੂਜਨ, ਰਜਿੰਦਰ ਪ੍ਰਸਾਦ ਨੇ ਉਹਨਾਂ ਦੇ ਜੋ ਕਨਕਲੂਜਨ ਸਨ, ਉਹਨਾਂ ਦੀ ਰਾਏ ਮਸ਼ਵਰੇ ਤੋਂ ਬਾਅਦ ਜੋ ਉਹਨਾਂ ਨੇ ਸਿੱਟਾ ਕੱਢਿਆ ਉਹ ਰਿਕਾਰਡ ਕੀਤਾ। ਦੇ ਥਾਟ ਅਮੰਗਸਟ ਦੈਮਸੈਲਵਸ, ਉਹਨਾਂ ਨੇ ਕੀ ਸੋਚਿਆ, ਦੈਟ ਗਾਂਧੀ ਜੀ ਵਾਜ਼ ਟੋਟਲੀ ਅ ਸਟ੍ਰੇਂਜਰ, ਕਿ ਗਾਂਧੀ ਜੀ ਪੂਰੀ ਤਰ੍ਹਾਂ ਇੱਕ ਅਜਨਬੀ ਸਨ। ਐਂਡ ਜੈਟ ਹੀ ਵਾਜ਼ ਪ੍ਰੀਪੇਅਰ ਟੂ ਗੋ ਟੂ ਪ੍ਰਿਜ਼ਨ, ਅਤੇ ਫਿਰ ਵੀ ਉਹ ਜੇਲ੍ਹ ਜਾਣ ਦੇ ਲਈ ਤਿਆਰ ਸਨ। ਫॉर ਦਾ ਸੇਕ ਆਫ ਦਾ ਪੀਸੈਂਟਸ, ਕਿਸਾਨਾਂ ਦੇ ਲਈ। ਇਫ ਦੇ, ਜੇਕਰ ਉਹ ਔਨ ਦਾ ਅਦਰ ਹੈਂਡ ਬੀਂਗ ਨਾਟ ਓਨਲੀ ਰੈਜ਼ੀਡੈਂਟਸ ਆਫ ਦਾ ਅਡਜੋਇਨਿੰਗ ਡਿਸਟ੍ਰਿਕਟ, ਜੇਕਰ ਉਹ ਆਪਣੇ ਆਪ ਬਾਰੇ ਵਕੀਲ ਸੋਚ ਰਹੇ ਹੈ ਕਿ ਉਹ ਤਾਂ ਇੱਕ ਗਵਾਂਢੀ ਡਿਸਟ੍ਰਿਕਟ ਦੇ ਹੀ ਰਹਿਣ ਵਾਲੇ ਹਨ, ਬਟ ਆਲਸੋ ਦੋਜ਼ ਹੂ ਕਲੇਮ ਟੂ ਹੈਵ ਸਰਵਡ ਦੀਜ਼ ਪੀਜ਼ੈਂਟਸ, ਅਤੇ ਇਹੋ ਦਾਅਵਾ ਵੀ ਕਰਦੇ ਰਹੇ ਹਾਂ, ਉਹ ਆਪਣੇ ਬਾਰੇ ਸੋਚ ਰਹੇ ਹਨ ਕਿ ਅਸੀਂ ਨਾਲ ਦੇ ਇੱਕ ਡਿਸਟ੍ਰਿਕਟ ਦੇ ਰਹਿਣ ਵਾਲੇ ਹਾਂ, ਤੇ ਅੱਜ ਤੱਕ ਅਸੀਂ ਇਹ ਵੀ ਦਾਅਵਾ ਕਰਦੇ ਰਹੇ ਹਾਂ ਕਿ ਅਸੀਂ ਕਿਸਾਨਾਂ ਦੀ ਸੇਵਾ ਕਰਦੇ ਹਾਂ। ਸ਼ੁੱਡ ਗੋ ਹੋਮ, ਜੇਕਰ ਅਸੀਂ ਘਰੇ ਚਲੇ ਗਏ। ਇਟ ਵੁੱਡ ਬੀ ਸ਼ੇਮਫੁਲ ਡਿਜ਼ਰਸ਼ਨ, ਇਹ ਇੱਕ ਕੀ ਆ ਸ਼ਰਮਨਾਕ ਛੱਡ ਜਾਣਾ ਹੋਵੇਗਾ, ਕਿ ਅਸੀਂ ਬੜਾ ਹੀ ਇਹ ਸ਼ਰਮਨਾਕ ਕੰਮ ਹੋਵੇਗਾ ਜੇਕਰ ਇਸ ਸਥਿਤੀ ਵਿੱਚ ਅਸੀਂ ਕਿਸਾਨਾਂ ਨੂੰ ਛੱਡ ਕੇ ਚਲੇ ਗਏ। ਦੇ ਅਕੋਰਡਿੰਗਲੀ ਵੈਂਟ ਬੈਕ ਟੂ ਗਾਂਧੀ ਐਂਡ ਟੋਲਡ ਹਿਮ, ਉਹ ਫਿਰ ਉਹਨਾਂ ਨੇ ਕੀ ਕੀਤਾ, ਗਾਂਧੀ ਜੀ ਕੋਲ ਵਾਪਸ ਗਏ ਅਤੇ ਗਾਂਧੀ ਜੀ ਨੂੰ ਕੀ ਕਿਹਾ, ਦੇ ਵਰ ਰੈਡੀ ਟੂ ਫੋਲੋ ਹਿਮ ਇਨਟੂ ਜੇਲ, ਕਿ ਉਹ ਜੇਲ੍ਹ ਦੇ ਵਿੱਚ ਉਹਨਾਂ ਦੇ ਪਿੱਛੇ ਹੀ ਜਾਣ ਦੇ ਲਈ ਤਿਆਰ ਹਨ। ਦ ਬੈਟਲ ਆਫ ਚੰਪਾਰਨ ਇਜ਼ ਵੌਨ, ਹੀ ਐਕਸਕਲੇਮਡ, ਗਾਂਧੀ ਜੀ ਨੇ ਇਹ ਵਿਚਾਰ ਸੁਣ ਕੇ ਕੀ ਘੋਸ਼ਣਾ ਕੀਤੀ ਕਿ ਚੰਪਾਰਨ ਦੀ ਜੋ ਲੜਾਈ ਹੈ ਅਸੀਂ ਜਿੱਤ ਲਈ ਹੈ।
Then he took a piece of paper and divided the group into pairs. ਫਿਰ ਗਾਂਧੀ ਜੀ ਨੇ ਇੱਕ ਕਾਗਜ਼ ਦਾ ਟੁਕੜਾ ਲਿਆ ਅਤੇ ਪੂਰੇ ਗਰੁੱਪ ਨੂੰ ਪੇਅਰਸ ਦੇ ਵਿੱਚ ਵੰਡ ਦਿੱਤਾ ਐਂਡ ਪੁੱਟ ਡਾਊਨ ਦਾ ਆਰਡਰ ਇਨ ਵਿਚ ਈਚ ਪੇਅਰ ਵਾਸ ਟੂ ਕੋਰਟ ਅਰੈਸਟ। ਅਤੇ ਇਹ ਆਰਡਰ ਲਿਖ ਦਿੱਤਾ, ਇਹ ਆਰਡਰ ਉਹਨਾਂ ਨੂੰ ਦਿੱਤਾ ਕਿਸ ਤਰ੍ਹਾਂ ਉਹਨਾਂ ਨੇ ਕੋਰਟ ਦੇ ਵਿੱਚ ਆਪਣੀ ਅਰੈਸਟ ਦੇਣੀ ਹੈ। Several days later, ਕਈ ਦਿਨ ਬਾਅਦ ਗਾਂਧੀ received a written communication from the magistrate। ਕਈ ਦਿਨਾਂ ਦੇ ਬਾਅਦ ਗਾਂਧੀ ਜੀ ਨੇ ਇੱਕ ਰਿਟਨ ਕਮਿਊਨੀਕੇਸ਼ਨ ਪ੍ਰਾਪਤ ਕੀਤੀ, ਲਿਖਤੀ ਇੱਕ ਮੈਸੇਜ ਪ੍ਰਾਪਤ ਕੀਤਾ ਮੈਜਿਸਟ੍ਰੇਟ ਵੱਲੋਂ ਇਨਫੋਰਮਿੰਗ ਹਿਮ। ਜੱਜ ਵੱਲੋਂ ਇਹ ਮੈਸੇਜ ਆਇਆ ਜਿਸ ਵਿੱਚ ਗਾਂਧੀ ਜੀ ਨੂੰ ਕੀ ਇਨਫੋਰਮੇਸ਼ਨ ਦਿੱਤੀ ਗਈ ਸੀ ਦੈਟ ਦਾ ਲੈਫਟੀਨੈਂਟ ਗਵਰਨਰ ਆਫ ਦਾ ਪ੍ਰੋਵਿੰਸ, ਕਿ ਜੋ ਲੈਫਟੀਨੈਂਟ ਗਵਰਨਰ ਹੈ ਪ੍ਰੋਵਿੰਸ ਦਾ, ਉਸਨੇ ਕੀ ਕੀਤਾ, ਉਸ ਖੇਤਰ ਦਾ ਜੋ ਲੈਫਟੀਨੈਂਟ ਗਵਰਨਰ ਹੈ ਹੈਡ ਆਰਡਰਡ ਦਾ ਕੇਸ ਟੂ ਬੀ ਡਰॉप्ड, ਕਿ ਉਹਨਾਂ ਨੇ ਕੀ ਆਰਡਰ ਦਿੱਤਾ ਹੈ ਕਿ ਇਸ ਕੇਸ ਨੂੰ ਕੀ ਕਰ ਦਿੱਤਾ ਜਾਵੇ, ਡਰॉप्ड ਕਰ ਦਿੱਤਾ ਜਾਵੇ, ਬੰਦ ਕਰ ਦਿੱਤਾ ਜਾਵੇ, ਖਾਰਜ ਕਰ ਦਿੱਤਾ ਜਾਵੇ। ਸਿਵਲ ਡਿਸਓਬੀਡੈਂਸ ਹੈਡ ਟਰੰਪਡ, ਇਹ ਜੋ ਸਿਵਲ ਡਿਸਓਬੀਡੈਂਸ ਦਾ ਮੂਵਮੈਂਟ ਸੀ ਉਹ ਕੀ ਹੈ ਹੁਣ ਜਿੱਤ ਲਈ ਗਈ ਸੀ। ਦਾ ਫਸਟ ਟਾਈਮ ਇਨ ਮਾਡਰਨ ਇੰਡੀਆ, ਮਾਡਰਨ ਇੰਡੀਆ ਦੇ ਵਿੱਚ ਪਹਿਲੀ ਵਾਰ ਸਿਵਲ ਡਿਸਓਬੀਡੈਂਸ ਮੂਵਮੈਂਟ ਇਹ ਜਿੱਤ ਲਈ ਗਈ ਸੀ, ਕਿਉਂਕਿ ਗਾਂਧੀ ਜੀ ਨੂੰ ਹੁਣ ਕੀ ਹੈ ਕਿਸੇ ਵੀ ਕੇਸ ਤੋਂ ਕੀ ਹੈ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ ਸੀ। ਗਾਂਧੀ ਐਂਡ ਦਾ ਲਾਇਰਸ ਨਾਓ ਪ੍ਰੋਸੀਡਡ ਟੂ ਕੰਡਕਟ ਆ ਫਾਰ ਫਲੰਗ ਇਨਕੁਆਇਰੀ, ਗਾਂਧੀ ਜੀ ਨੇ ਅਤੇ ਹੋਰ ਵਕੀਲਾਂ ਨੇ ਕੀ ਇਹ ਫੈਸਲਾ ਕੀਤਾ, ਕੀ ਸਟਾਰਟ ਕਰ ਦਿੱਤਾ, ਇੱਕ ਪੂਰੀ ਤਰ੍ਹਾਂ ਡਿਟੇਲ ਵਿੱਚ ਇਨਕੁਆਇਰੀ ਕਰਨ ਦਾ ਫੈਸਲਾ ਕੀਤਾ ਕਿ ਇਨਟੂ ਦਾ ਗ੍ਰੀਵੀਅੰਸ ਆਫ ਦਾ ਫਾਰਮਰਸ, ਕਿ ਜੋ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਹਨ, ਡਿਫੀਕਲਟੀਜ਼ ਹਨ, ਉਹਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਿਆ ਜਾਵੇ। Depositions by about 10,000 peasants were written down, ਕੀ ਹੈ ਇਹ ਪੂਰੇ ਲਗਭਗ 10,000 ਕਿਸਾਨਾਂ ਦੇ ਬਿਆਨ ਹੈ ਜੋ ਉਹ ਲਿਖਤੀ ਰੂਪ ਵਿੱਚ ਲਏ ਗਏ। ਐਂਡ ਨੋਟਸ ਮੇਡ ਔਨ ਅਨਦਰ ਐਵੀਡੈਂਸ, ਅਤੇ ਹੋਰ ਸਬੂਤਾਂ ਦੇ ਵੀ ਨੋਟਸ ਬਣਾਏ ਗਏ। ਡਾਕੂਮੈਂਟਸ ਵਰ ਕਲੈਕਟਡ, ਡਾਕੂਮੈਂਟਸ ਇਕੱਠੇ ਕੀਤੇ ਗਏ। ਦ ਹੋਲ ਏਰੀਆ ਥਰੋਬਡ ਵਿਦ ਦ ਐਕਟੀਵਿਟੀ ਆਫ ਦ ਇਨਵੈਸਟੀਗੇਟਰਸ, ਪੂਰਾ ਏਰੀਆ ਕੀ ਹੈ ਹਲਚਲ ਮਚ ਗਈ ਸੀ ਪੂਰੇ ਏਰੀਏ ਦੇ ਵਿੱਚ ਇੱਕ ਇਨਵੈਸਟੀਗੇਟਰਸ ਦੀ ਇਸ ਐਕਟੀਵਿਟੀ ਦੇ ਨਾਲ, ਜੋ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ, ਕਿਸਾਨਾਂ ਦੇ ਦੁੱਖ ਤਕਲੀਫਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪੂਰੇ ਏਰੀਏ ਦੇ ਵਿੱਚ ਹਲਚਲ ਮਚੀ ਹੋਈ ਸੀ। ਐਂਡ ਦਾ ਵਹਿਮੈਂਟ ਪ੍ਰੋਟੈਸਟ, ਅਤੇ ਕੀ ਹੈ ਬਹੁਤ ਜ਼ਿਆਦਾ ਜ਼ੋਰਦਾਰ ਵਿਰੋਧ ਸਟਾਰਟ ਹੋ ਗਏ ਸੀ ਇਹਨਾਂ ਲੈਂਡਲੋਰਡਸ ਦੇ ਵਿਰੁੱਧ। ਇਨ ਜੂਨ ਗਾਂਧੀ ਵਾਸ ਸਮਨ ਟੂ ਸਰ ਐਡਵਰਡ ਗੇਟ, ਜੂਨ ਦੇ ਵਿੱਚ ਗਾਂਧੀ ਜੀ ਨੂੰ ਸਰ ਐਡਵਰਡ ਗੇਟ ਦੁਆਰਾ ਬੁਲਾਇਆ ਗਿਆ। ਇਹ ਕੌਣ ਸਨ, ਲੈਫਟੀਨੈਂਟ ਗਵਰਨਰ ਸਨ। ਬਿਫੋਰ ਹੀ ਵੈਂਟ ਹੀ ਮੈਟ ਲੀਡਿੰਗ ਐਸੋਸੀਏਟਸ ਐਂਡ ਅਗੇਨ ਲੇ ਡਿਟੇਲਡ ਪਲਾਨ ਫॉर ਸਿਵਲ ਡਿਸਓਬੀਡੈਂਸ ਇਫ ਹੀ ਸ਼ੁੱਡ ਨਾਟ ਰਿਟਰਨ। ਉੱਥੇ ਜਾਣ ਤੋਂ ਪਹਿਲਾਂ, ਲੈਫਟੀਨੈਂਟ ਗਵਰਨਰ ਦੇ ਕੋਲ ਜਾਣ ਤੋਂ ਪਹਿਲਾਂ ਗਾਂਧੀ ਜੀ ਕੀ ਹੈ ਆਪਣੇ ਜੋ ਮੇਨ ਸਾਥੀ ਸਨ ਗਾਂਧੀ ਜੀ ਦੇ, ਉਹਨਾਂ ਦੇ ਨਾਲ ਗਾਂਧੀ ਜੀ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੇਕਰ ਮੈਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਮੈਂ ਵਾਪਸ ਨਹੀਂ ਆਉਂਦਾ, ਤਾਂ ਅੱਗੇ ਕੀ ਕਰਨਾ ਹੈ, ਇਹ ਗਾਂਧੀ ਜੀ ਨੇ ਉਹਨਾਂ ਦੇ ਨਾਲ ਮਿਲ ਕੇ ਯੋਜਨਾ ਬਣਾਈ। ਗਾਂਧੀ ਹੈਡ 4 ਪ੍ਰੋਟਰੈਕਟ ਇੰਟਰਵਿਊਜ਼, ਗਾਂਧੀ ਜੀ ਦੀਆਂ ਕੀ ਹੈ 4 ਲੰਮੀਆਂ ਇੰਟਰਵਿਊ ਹੋਈਆਂ, ਕਾਫੀ ਲੌਂਗ ਇੰਟਰਵਿਊਜ਼ ਹੋਈਆਂ ਵਿਦ ਦਾ ਲੈਫਟੀਨੈਂਟ ਗਵਰਨਰ ਹੂ ਐਜ਼ ਏ ਰਿਜ਼ਲਟ, ਜਿਸਨੇ ਨਤੀਜੇ ਦੇ ਤੌਰ ਤੇ ਅਪੁਆਇੰਟਡ ਐਨ ਆਫੀਸ਼ੀਅਲ ਕਮਿਸ਼ਨ, ਉਸ ਲੈਫਟੀਨੈਂਟ ਗਵਰਨਰ ਨੇ ਇੱਕ ਆਫੀਸ਼ੀਅਲ ਕਮਿਸ਼ਨ ਨਿਯੁਕਤ ਕਰ ਦਿੱਤਾ ਆਫ ਇਨਕੁਆਇਰੀ ਦਾ ਇਨਟੂ ਦਾ ਇੰਡੀਗੋ ਸ਼ੇਅਰ ਕ੍ਰੌਪਰਸ ਦੇ ਸੰਬੰਧ ਵਿੱਚ। ਇਸ ਸਥਿਤੀ ਦੇ ਵਿੱਚ ਗਾਂਧੀ ਲੈਫਟੀਨੈਂਟ ਗਵਰਨਰ ਨੇ ਇੱਕ ਆਫੀਸ਼ੀਅਲ ਕਮਿਸ਼ਨ ਨਿਯੁਕਤ ਕਰ ਦਿੱਤਾ ਇਨਕੁਆਇਰੀ ਕਰਨ ਦੇ ਲਈ। ਦ ਕਮਿਸ਼ਨ ਕੰਸਿਸਟਡ ਆਫ ਲੈਂਡਲੋਰਡਸ, ਇਸ ਕਮਿਸ਼ਨ ਦੇ ਵਿੱਚ ਕੌਣ ਸਨ, ਲੈਂਡਲੋਰਡਸ ਵੀ ਸਨ, ਗਵਰਨਮੈਂਟ ਆਫੀਸ਼ੀਅਲ ਵੀ ਸਨ ਅਤੇ ਗਾਂਧੀ ਜੀ ਵੀ ਸਨ। ਐਂਡ ਦਾ ਸੋਲ ਰਿਪਰੈਜ਼ੈਂਟੇਟਿਵ ਆਫ ਦਾ ਪੀਜ਼ੈਂਟਸ, ਗਾਂਧੀ ਜੀ ਕੀ ਹੈ ਇੱਕੋ ਇੱਕ ਸਨ ਜੋ ਅਗਵਾਈ ਕਰ ਰਹੇ ਸਨ ਇਹਨਾਂ ਕਿਸਾਨਾਂ ਦੀ। ਗਾਂਧੀ ਰਿਮੇਨਡ ਦਾ ਚੰਪਾਰਨ ਫॉर ਐਨ ਇਨੀਸ਼ੀਅਲ ਅਨਇੰਟਰਪਟਡ ਪੀਰੀਅਡ ਆਫ 7 months, ਗਾਂਧੀ ਜੀ ਲਗਾਤਾਰ 7 ਮਹੀਨੇ ਚੰਪਾਰਨ ਦੇ ਵਿੱਚ ਰਹੇ। ਐਂਡ ਦੈਨ ਅਗੇਨ ਫॉर ਸੈਵਰਲ ਸ਼ਾਰਟ ਵਿਜ਼ਿਟ, ਅਤੇ ਉਸ ਤੋਂ ਬਾਅਦ ਵੀ ਛੋਟੀਆਂ ਵਿਜ਼ਿਟਸ ਗਾਂਧੀ ਜੀ ਚੰਪਾਰਨ ਦੇ ਵਿੱਚ ਕਰਦੇ ਹੀ ਰਹਿੰਦੇ ਸਨ। ਦ ਵਿਜ਼ਿਟ ਅੰਡਰਟੇਕਨ ਕੈਜ਼ੂਅਲੀ ਔਨ ਦਾ
entreaty of an unliterate peasant। ਇਹ ਜੋ ਇੱਕ ਵਿਜ਼ਿਟ ਗਾਂਧੀ ਜੀ ਨੇ ਕੀਤੀ ਸੀ, ਇੱਕ ਅਨਪੜ੍ਹ ਕਿਸਾਨ ਦੀ ਬੇਨਤੀ ਦੇ ਉੱਤੇ ਗਾਂਧੀ ਜੀ ਨੇ ਇਹ ਵਿਜ਼ਿਟ ਕੀਤੀ ਸੀ, ਇਨ ਦਾ ਐਕਸਪੈਕਟੇਸ਼ਨ ਦੈਟ ਇਟ ਵੁੱਡ ਲਾਸਟ ਅ ਫਿਊ ਡੇਜ਼। ਗਾਂਧੀ ਜੀ ਨੂੰ ਕੀ ਆਸ ਸੀ, ਚਲੋ ਇਹ ਛੋਟਾ ਜਿਹਾ ਮਾਮਲਾ ਹੈ ਅਤੇ ਕੁਝ ਦਿਨਾਂ ਦੇ ਵਿੱਚ ਹੀ ਇਹ ਖਤਮ ਹੋ ਜਾਵੇਗਾ। ਅਕੂਪਾਇਡ ਆਲਮੋਸਟ ਆ ਈਅਰ ਆਫ ਗਾਂਧੀ ਜੀਜ਼ ਲਾਈਫ। ਇਸਨੇ ਗਾਂਧੀ ਜੀ ਦੇ ਜੀਵਨ ਦਾ ਲਗਭਗ 1 ਸਾਲ ਲੈ ਲਿਆ ਸੀ। ਦ ਆਫੀਸ਼ੀਅਲ ਇਨਕੁਆਰੀ ਅਸੈਂਬਲਡ ਆ ਕ੍ਰਸ਼ਿੰਗ ਮਾਊਂਟੇਨ। ਇਸ ਆਫੀਸ਼ੀਅਲ ਜੋ ਇਨਕੁਆਰੀ ਕੀਤੀ ਹੈ, ਜੋ ਕਮਿਸ਼ਨ ਬਿਠਾਇਆ ਗਿਆ ਸੀ, ਜੋ ਲੈਫਟੀਨੈਂਟ ਗਵਰਨਰ ਨੇ ਕਮਿਸ਼ਨ ਬਿਠਾਇਆ ਸੀ, ਉਸਨੇ ਜੋ ਇਨਕੁਆਰੀ ਕੀਤੀ, ਇੱਕ ਕ੍ਰਸ਼ਿੰਗ ਮਾਊਂਟੇਨਸ ਦੀ ਤਰ੍ਹਾਂ ਇਹ ਲੈਂਡਲੋਰਡਸ ਦੇ ਉੱਪਰ ਇਹ ਡਿੱਗੀ। ਆਫ ਐਵੀਡੈਂਸ ਅਗੇਂਸਟ ਦਾ ਬਿਗ ਪਲਾਂਟਰਸ। ਇਹ ਜੋ ਵੱਡੇ ਵੱਡੇ ਪਲਾਂਟਰ ਸਨ, ਉਹਨਾਂ ਦੇ ਵਿਰੁੱਧ ਬਹੁਤ ਜ਼ਿਆਦਾ ਐਵੀਡੈਂਸ ਇਕੱਠੇ ਕਰ ਲਏ ਗਏ ਇਸ ਇਨਕੁਆਰੀ ਦੇ ਵਿੱਚ। ਐਂਡ ਵੈਨ ਦੇ ਸੌ ਦਿਸ, ਜਦੋਂ ਉਹਨਾਂ ਨੇ ਇਹ ਦੇਖਿਆ, ਦੇ ਅਗਰੀਡ, ਉਹ ਸਹਿਮਤ ਹੋ ਗਏ, ਇਨ ਪ੍ਰਿੰਸੀਪਲ ਟੂ ਮੇਕ ਰਿਫੰਡਸ ਟੂ ਦਾ ਪੀਜ਼ੈਂਟਸ। ਅਤੇ ਜਦ ਉਹਨਾਂ ਲੈਂਡਲੋਰਡਸ ਨੇ ਦੇਖਿਆ ਕਿ ਉਹਨਾਂ ਦੇ ਵਿਰੁੱਧ ਬਹੁਤ ਸਾਰੇ ਸਬੂਤ ਇਕੱਠੇ ਹੋ ਗਏ ਹਨ, ਤਾਂ ਉਹਨਾਂ ਨੇ ਕੀ ਹੈ, ਸਿਧਾਂਤਕ ਤੌਰ ਤੇ ਰਿਫੰਡ, ਕਿਸਾਨਾਂ ਨੂੰ ਕੁਝ ਮਨੀ ਵਾਪਸ ਕਰਨ ਦਾ ਸਮਝੌਤਾ ਇਹ ਕਰ ਲਿਆ। ਰਾਜੀ ਹੋ ਗਏ ਹੋ ਕਿ ਕਿਸਾਨਾਂ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਜਾਣਗੇ। ਬਟ ਹਾਊ ਮੱਚ ਮਸਟ ਵੀ ਪੇ। ਪਰ ਉਹਨਾਂ ਨੇ ਕੀ ਕੁਐਸਚਨ ਕੀਤਾ ਕਿ ਉਹਨਾਂ ਨੂੰ ਕਿੰਨੇ ਪੈਸੇ ਵਾਪਸ ਕਰਨੇ ਪੈਣਗੇ। ਉਹਨਾਂ ਨੇ ਗਾਂਧੀ ਜੀ ਨੂੰ ਇਹ ਪੁੱਛਿਆ। They thought he would demand payment in full of the money which they had illegally and deceitfully extorted from the sharecroppers। ਹੁਣ ਉਹਨਾਂ ਨੇ ਕੀ ਸੋਚਿਆ ਕਿ ਗਾਂਧੀ ਜੀ ਫੁੱਲ ਪੈਸਿਆਂ ਦੀ ਹੀ ਡਿਮਾਂਡ ਕਰਨਗੇ, ਜਿੰਨੀ ਕਿ ਜੋ ਉਹਨਾਂ ਨੇ ਵੀ ਇਲੀਗਲ ਤਰੀਕੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ ਅਤੇ ਠੱਗਣ ਵਾਲੇ ਤਰੀਕੇ ਦੇ ਨਾਲ ਇਹਨਾਂ ਕਿਸਾਨਾਂ ਤੋਂ ਲੁੱਟੇ ਸਨ। ਗਾਂਧੀ ਜੀ ਉਹਨਾਂ ਪੂਰੇ ਪੈਸਿਆਂ ਦੀ ਹੀ ਮੰਗ ਕਰਨਗੇ। ਹੀ ਆਸਕਡ ਫॉर 50%। ਪਰ ਗਾਂਧੀ ਜੀ ਨੇ ਕੀ ਹੈ, 50% ਦੀ ਹੀ ਮੰਗ ਕੀਤੀ। ਦੇਅਰ ਹੀ ਸੀਮਡ ਐਡਾਮੈਂਟ। ਇਸ ਗੱਲ ਉੱਤੇ ਗਾਂਧੀ ਜੀ ਪੂਰੇ ਤਰ੍ਹਾਂ ਪੱਕੇ ਲੱਗਦੇ ਸਨ ਕਿ 50% ਤਾਂ ਗਾਂਧੀ ਜੀ ਉਹਨਾਂ ਕਿਸਾਨਾਂ ਨੂੰ ਦਿਵਾਉਣਗੇ ਹੀ। ਰਾਈਟਸ ਰੈਵਰੈਂਡ ਜੇ ਐਜ ਹੋਜ਼। ਇਹ ਇੱਕ ਰਾਈਟਰ ਸਨ, ਬ੍ਰਿਟਿਸ਼ ਮਿਸ਼ਨਰੀ ਰਾਈਟਰ ਸਨ ਚੰਪਾਰਨ ਦੇ ਵਿੱਚ। ਉਹ ਇਹ ਲਿਖਦੇ ਹਨ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਗਾਂਧੀ ਜੀ ਆਪਣੇ ਇਸ ਫੈਸਲੇ ਉੱਤੇ ਪੱਕੇ ਹੀ ਰਹਿਣਗੇ, ਉਹ 50% ਦਾ ਕਿਸਾਨਾਂ ਨੂੰ ਵਾਪਸ ਕਰਵਾ ਹੀ ਦੇਣਗੇ। ਇਹ ਜੋ ਰਾਈਟਰ ਸਨ ਰੈਵਰਡ ਜੇ ਐਜ ਹੋਜ਼, ਇਹ ਚੰਪਾਰਨ ਦੇ ਵਿੱਚ ਸਨ, ਜਿਨ੍ਹਾਂ ਨੇ ਕੀ ਹੈ, ਓਬਜ਼ਰਵ ਕੀਤਾ ਸੀ ਐਂਟਾਇਰ ਐਪੀਸੋਡ ਐਟ ਕਲੋਜ਼ ਰੇਂਜ। ਬੜਾ ਹੀ ਨੇੜੇ ਤੋਂ ਇਹ ਜੋ ਪੂਰਾ ਐਪੀਸੋਡ ਸੀ, ਕਿਸਾਨਾਂ ਦਾ ਇਹ ਮਾਮਲਾ ਸੀ, ਬੜਾ ਨੇੜੇ ਤੋਂ ਇਹਨਾਂ ਨੇ ਦੇਖਿਆ ਸੀ। ਥਿੰਕਿੰਗ ਪ੍ਰੋਬੇਬਲੀ ਦੈਟ ਵੁੱਡ ਨਾਟ ਗਿਵ ਵੇ, the representative of planters offered to refund to the extent of 25%। ਹੁਣ ਜਦੋਂ ਇਹ ਕੀ ਸੀ, thinking probably that he would not give at close way, ਕਿ ਜਦ ਉਹਨਾਂ ਨੇ ਦੇਖਿਆ ਜੋ ਲੈਂਡਲੋਰਡ ਸੀ ਕਿ ਹੁਣ ਇਹ ਗਾਂਧੀ ਜੀ ਕੀ ਹੈ, ਪਿੱਛੇ ਨਹੀਂ ਹਟਣਗੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣਗੇ ਹੀ। ਜੋ ਰਿਪਰੈਜ਼ੈਂਟੇਟਿਵ ਸਨ ਪਲਾਂਟਰਸ ਦੇ, ਆਫਰ ਟੂ ਰਿਫੰਡ ਟੂ ਦਾ ਐਕਸਟੈਂਟ ਆਫ 25%। ਉਹਨਾਂ ਨੇ ਕੀ ਹੈ, 25% ਹੀ ਵਾਪਸ ਕਰਨ ਦਾ ਗੱਲ ਮੰਨ ਲਈ ਕਿ 25% ਅਸੀਂ ਵਾਪਸ ਕਰ ਦੇਵਾਂਗੇ। ਐਂਡ ਟੂ ਹਿਜ਼ ਅਮੇਜ਼ਮੈਂਟ ਮਿਸਟਰ ਗਾਂਧੀ ਟੁੱਕ ਹਿਮ ਐਟ ਹਿਜ਼ ਵਰਡ। ਅਤੇ ਬੜੀ ਹੈਰਾਨੀ ਦੀ ਗੱਲ ਸੀ, ਉਹ ਰਾਈਟਰ ਦੱਸ ਰਹੇ ਹਨ ਕਿ ਮੈਂ ਵੀ ਇਹ ਹੈਰਾਨ ਹੋ ਗਿਆ ਇਹ ਕਿ ਗਾਂਧੀ ਜੀ ਕੀ ਹੈ 25% ਉੱਤੇ ਹੀ ਰਾਜੀ ਹੋ ਗਏ। ਐਂਡ ਮਿਸਟਰ ਗਾਂਧੀ ਟੁੱਕ ਹਿਮ ਐਟ ਹਿਜ਼ ਵਰਡ ਦਸ ਬ੍ਰੇਕਿੰਗ ਦਾ ਡੈਡਲੌਕ। ਅਤੇ ਜੋ ਇਹ ਪੂਰਾ ਮਾਮਲਾ ਸੀ, ਗਾਂਧੀ ਜੀ ਨੇ ਇੱਥੇ ਹੀ ਸਮਾਪਤ ਕਰ ਦਿੱਤਾ। ਦਿਸ ਸੈਟਲਮੈਂਟ ਵਾਜ਼ ਅਡਾਪਟਡ ਐਨੀਮੋਸਲੀ। ਇਹ ਕੀ ਹੈ, ਇਹ ਜੋ ਸੈਟਲਮੈਂਟ ਹੋ ਗਈ 25% ਵਾਪਸ ਕਰਨ ਦੀ, ਕਿ ਜੋ ਲੈਂਡਲੋਰਡਸ ਹੈ ਕਿਸਾਨਾਂ ਨੂੰ 25% ਪੈਸੇ ਵਾਪਸ ਕਰ ਦੇਣਗੇ, ਇਹ ਸਾਰਿਆਂ ਦੇ ਦੁਆਰਾ ਹੀ, ਇਹ ਬਿਨਾਂ ਕਿਸੇ ਰੌਲੇ ਦੁਆਰਾ, ਬਿਨਾਂ ਕਿਸੇ ਵਿਰੋਧ ਕੀਤੇ ਨਾਲ, ਸਾਰਿਆਂ ਦੁਆਰਾ ਇਹ ਕੀ ਹੈ, ਸਵੀਕਾਰ ਕਰ ਲਈ ਗਈ। ਬਾਏ ਦਾ ਕਮਿਸ਼ਨ ਦੁਆਰਾ ਇਹ ਸਵੀਕਾਰ ਕਰ ਲਈ ਗਈ। ਗਾਂਧੀ ਐਕਸਪਲੇਨਡ ਦੈਟ ਦਾ ਅਮਾਊਂਟ ਆਫ ਦਾ ਰਿਫੰਡ ਵਾਜ਼ ਲੈਸ ਇੰਪੋਰਟੈਂਟ। ਗਾਂਧੀ ਜੀ ਨੇ ਇਹ ਗੱਲ ਐਕਸਪਲੇਨ ਕੀਤੀ ਕਿ ਜੋ ਇਹ ਅਮਾਊਂਟ ਸੀ, ਜੋ ਵਾਪਸ ਲਿਆ ਗਿਆ ਸੀ, ਇਹ ਘੱਟ ਮਹੱਤਤਾ ਰੱਖਦਾ ਸੀ। ਚਲੋ ਇਹ 25% ਹੀ ਜੋ ਵਾਪਸ ਲਿਆ ਗਿਆ ਸੀ, ਇਹ ਘੱਟ ਮਹੱਤਤਾ ਦੀ ਗੱਲ ਸੀ। ਦ ਫੈਕਟ ਦੈਟ ਦਾ ਲੈਂਡਲੋਰਡਸ ਹੈਡ ਬੀਨ ਅਬਲਾਈਡ। ਅਸਲ ਗੱਲ ਕੀ ਸੀ, ਅਸਲ ਜਿੱਤ ਕੀ ਸੀ
ਕਿ ਉਹ ਜੋ ਲੈਂਡਲੋਰਡ ਸਨ ਉਹ ਮਜਬੂਰ ਹੋ ਗਏ ਸਨ। ਓਬਲਾਈਡ ਕੀ ਹੁੰਦਾ, ਮਜਬੂਰ ਹੋ ਗਏ ਸਨ ਟੂ ਸਰੈਂਡਰ ਪਾਰਟ ਆਫ ਦਾ ਮਨੀ, ਇੱਕ ਕੁਝ ਹਿੱਸਾ ਪੈਸਿਆਂ ਦਾ ਵਾਪਸ ਕਰਨ ਦੇ ਲਈ ਤਿਆਰ ਹੋ ਗਏ ਸਨ। ਐਂਡ ਵਿਦ ਇਟ, ਅਤੇ ਇਸ ਗੱਲ ਦੇ ਨਾਲ ਪਾਰਟ ਆਫ ਦੇਅਰ ਪ੍ਰਿਸਟੇਜ, ਅਤੇ ਉਹਨਾਂ ਦਾ ਮਾਣ ਸਨਮਾਨ ਵੀ ਕੀ ਹੈ, ਘੱਟ ਹੋਇਆ ਸੀ ਕਿ ਉਹ ਕਿਸਾਨਾਂ ਦੇ ਸਾਹਮਣੇ ਹਾਰ ਗਏ ਸਨ। Therefore, as far as the peasants were concerned, ਜਿੱਥੋਂ ਤੱਕ ਕਿਸਾਨਾਂ ਦਾ ਸਵਾਲ ਹੈ, the planters had behaved as lords, ਜੋ ਇਹ ਪਲਾਂਟਰ ਸਨ ਉਹਨਾਂ ਨੇ ਕਿਸਾਨਾਂ ਦੇ ਉੱਤੇ ਕੀ ਹੈ, ਇਸ ਤਰ੍ਹਾਂ ਵਿਵਹਾਰ ਕੀਤਾ ਸੀ ਕਿ ਜਿਵੇਂ ਉਹ ਰੱਬ ਹੀ ਹੋਣ। ਉਹ ਕਾਨੂੰਨ ਦੇ ਉੱਤੇ ਕੀ ਹੈ, ਆਪਣੇ ਆਪ ਨੂੰ ਰੱਬ ਮੰਨਦੇ ਸੀ ਇਸ ਤੋਂ ਪਹਿਲਾਂ। ਨਾਓ ਦਾ ਪੀਜ਼ੈਂਟ saw that he had rights and defenders, ਹੁਣ ਕਿਸਾਨਾਂ ਨੇ ਦੇਖ ਲਿਆ ਸੀ ਕਿ ਉਹਨਾਂ ਨੂੰ ਹੱਕ ਹਨ, ਉਹਨਾਂ ਕੋਲੇ ਵੀ ਕੁਝ ਅਧਿਕਾਰ ਹਨ ਤੇ ਉਹਨਾਂ ਦੀ ਰੱਖਿਆ ਕਰਨ ਵਾਲੇ ਵੀ ਹਨ। ਹੀ learned courage, ਹੁਣ ਕਿਸਾਨਾਂ ਨੇ ਕੀ ਹੈ, ਹੌਸਲਾ ਕਰਨਾ ਸਿੱਖ ਲਿਆ ਸੀ। ਇਵੈਂਟਸ ਜਸਟੀਫਾਈਡ ਗਾਂਧੀ ਜੀ ਦੀ ਪੋਜੀਸ਼ਨ, ਹੁਣ ਘਟਨਾਵਾਂ ਨੇ ਕੀ ਹੈ, ਗਾਂਧੀ ਜੀ ਦੀ ਪੋਜੀਸ਼ਨ ਨੂੰ ਜਸਟੀਫਾਈ ਕਰ ਦਿੱਤਾ ਸੀ ਇਹਨਾਂ ਗੱਲਾਂ ਨੇ। ਵਿਦਨ ਅ few years the British planters abandoned their estates, ਕੁਝ ਕੁ ਸਾਲਾਂ ਦੇ ਵਿੱਚ ਜੋ ਇਹ ਬ੍ਰਿਟਿਸ਼ ਪਲਾਂਟਰ ਸਨ ਉਹਨਾਂ ਨੇ ਆਪਣੀਆਂ ਜ਼ਮੀਨਾਂ ਹੀ ਛੱਡ ਦਿੱਤੀਆਂ। ਵਿੱਚ ਰਿਵਰਟਡ ਟੂ ਦਾ ਪੀਜ਼ਰ, ਜੋ ਕਿ ਆ ਵਾਪਸ ਕਿਸਾਨਾਂ ਦੇ ਕੋਲ ਆ ਗਈਆਂ। ਇੰਡੀਗੋ ਸ਼ੇਅਰ ਕ੍ਰੌਪਿੰਗ ਡਿਸਅਪੀਅਰਡ, ਇਹ ਜੋ ਇੰਡੀਗੋ ਸ਼ੇਅਰ ਕ੍ਰੌਪਿੰਗ ਸੀ ਇਹ ਪੂਰੀ ਤਰ੍ਹਾਂ ਅਲੋਪ ਹੋ ਗਈ ਸੀ। ਗਾਂਧੀ ਨੈਵਰ ਕੰਟੈਂਟਡ ਹਿਮਸੈਲਫ ਵਿਦ ਲਾਰਜ ਪੋਲੀਟੀਕਲ ਔਰ ਇਕਨੋਮਿਕ ਸੋਲਿਊਸ਼ਨ, ਗਾਂਧੀ ਜੀ ਨੇ ਕਦੇ ਵੀ ਆਪਣੇ ਆਪ ਨੂੰ ਵੱਡੇ ਵੱਡੇ ਰਾਜਨੀਤਿਕ ਅਤੇ ਆਰਥਿਕ ਸੋਲਿਊਸ਼ਨ ਦੇ ਨਾਲ ਸੰਤੁਸ਼ਟ ਨਹੀਂ ਕੀਤਾ, ਕਦੇ ਵੀ ਸੰਤੁਸ਼ਟੀ ਮਹਿਸੂਸ ਨਹੀਂ ਕੀਤੀ। ਹੀ saw the cultural ਐਂਡ ਸੋਸ਼ਲ ਬੈਕਵਰਡਨੈਸ ਇਨ ਦਾ ਚੰਪਾਰਨ ਵਿਲੇਜ, ਉਹਨਾਂ ਨੇ ਹੁਣ ਗਾਂਧੀ ਜੀ ਨੇ ਕੀ ਕੀਤਾ, ਚੰਪਾਰਨ ਦੇ ਵਿਲੇजेस ਦੇ ਵਿੱਚ ਕਲਚਰਲ ਅਤੇ ਸੋਸ਼ਲ ਬੈਕਵਰਡਨੈਸ ਦੇਖੀ। ਐਂਡ ਵਾਂਟਡ ਟੂ ਡੂ ਸਮਥਿੰਗ ਅਬਾਊਟ ਇਟ ਇਮੀਡੀਏਟਲੀ, ਅਤੇ ਗਾਂਧੀ ਜੀ ਹੁਣ ਕੀ ਹੈ, ਇਸ ਨੂੰ ਵੀ ਤੁਰੰਤ ਸੋਲਵ ਕਰਨਾ ਚਾਹੁੰਦੇ ਸੀ, ਇਸ ਪ੍ਰੋਬਲਮ ਦਾ ਕੋਈ ਹੱਲ ਲੱਭਣਾ ਚਾਹੁੰਦੇ ਸੀ। ਹੀ ਅਪੀਲਡ ਫॉर ਟੀਚਰਸ, ਗਾਂਧੀ ਜੀ ਨੇ ਕੁਝ ਟੀਚਰਸ ਨੂੰ ਬੇਨਤੀ ਕੀਤੀ, ਮਹਾਦੇਵ ਦੇਸਾਈ ਐਂਡ ਨਰਹਾਰੀ ਪਾਰਕ, ਟੂ ਯੰਗ ਮੈਨ, ਇਹ ਦੋ ਯੰਗ ਮੈਨ ਸਨ ਹੂ ਹੈਡ ਜਸਟ ਜੁਆਇਨਡ ਗਾਂਧੀ ਐਜ਼ ਡਿਸਿਪਲ, ਜਿਨ੍ਹਾਂ ਨੇ ਕੀ ਹੈ, ਗਾਂਧੀ ਜੀ ਨੂੰ ਡਿਸਿਪਲ ਦੇ ਤੌਰ ਤੇ, ਉਹਨਾਂ ਦੇ ਚੇਲਿਆਂ ਦੇ ਤੌਰ ਤੇ ਆਪਣੇ ਆਪ ਨੂੰ ਜੁਆਇਨ ਕੀਤਾ ਸੀ ਗਾਂਧੀ ਜੀ ਨਾਲ। ਐਂਡ ਦੇਅਰ ਵਾਈਵਸ, ਅਤੇ ਉਹਨਾਂ ਦੀਆਂ ਪਤਨੀਆਂ। ਵਲੰਟੀਅਰਡ ਕੀ ਹੁੰਦਾ ਹੈ, ਸੇਵਾ ਕੀਤੀ ਫॉर ਦਾ ਵਰਕ, ਇਸ ਕੰਮ ਦੇ ਲਈ ਉਹਨਾਂ ਦੀਆਂ ਵਾਈਵਸ ਨੇ ਵੀ ਸੇਵਾ ਕੀਤੀ। ਸੈਵਰਲ ਮੰਥਸ ਕੇਮ ਫਰੋਮ ਸੈਵਰਲ ਮੋਰ ਕੇਮ ਫਰੋਮ ਬੰਬੇ, ਹੋਰ ਵੀ ਬਹੁਤ ਸਾਰੇ ਜੋ ਲੋਕ ਸਨ ਉਹ ਬੰਬੇ ਤੋਂ ਆ ਗਏ ਸਨ ਇਸ ਕੰਮ ਦੇ ਵਿੱਚ ਸਹਾਇਤਾ ਕਰਨ ਦੇ ਲਈ, ਬੰਬੇ ਤੋਂ ਆ ਗਏ ਸਨ, ਪੂਨਾ ਤੋਂ ਆਏ ਸਨ, ਐਂਡ ਅਦਰ ਡਿਸਟੈਂਟ ਪਾਰਟਸ ਆਫ ਦਾ ਲੈਂਡ, ਅਤੇ ਹੋਰ ਵੀ ਦੂਰ ਦੂਰ ਥਾਵਾਂ ਤੋਂ ਲੋਕ ਇਸ ਕੰਮ ਦੇ ਵਿੱਚ ਹੈਲਪ ਦੇ ਲਈ ਆ ਗਏ ਸਨ। ਦੇਵਦਾਸ, ਗਾਂਧੀ ਜੀ ਯੰਗੈਸਟ ਸਨ, ਗਾਂਧੀ ਜੀ ਦਾ ਜੋ ਛੋਟਾ ਪੁੱਤਰ ਸੀ ਦੇਵਦਾਸ, ਅਰਾਈਵਡ ਫਰੋਮ ਦਾ ਆਸ਼ਰਮ, ਉਹ ਵੀ ਆਸ਼ਰਮ ਤੋਂ ਆ ਗਿਆ ਸੀ। ਐਂਡ ਸੋ ਡਿਡ ਮਿਸਿਸ ਗਾਂਧੀ, ਅਤੇ ਇਸੇ ਤਰ੍ਹਾਂ ਗਾਂਧੀ ਜੀ ਦੀ ਵਾਈਫ ਉਹ ਵੀ ਆ ਗਏ ਸਨ। ਪ੍ਰਾਇਮਰੀ ਸਕੂਲਸ ਵਰ ਓਪਨਡ ਇਨ 6 ਵਿਲੇजेस, 6 ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲ ਖੋਲ੍ਹੇ ਗਏ। ਕਸਤੂਰਬਾਈ ਟਾਟ ਦਾ ਆਸ਼ਰਮ ਰੂਲਸ ਔਨ ਪਰਸਨਲ ਕਲੀਨੀਨੈਸ, ਕਸਤੂਰਬਾਈ ਜੋ ਕਿ ਗਾਂਧੀ ਜੀ ਦੀ ਵਾਈਫ ਸਨ, ਉਹਨਾਂ ਨੇ ਕੀ ਹੈ, ਆਸ਼ਰਮ ਜੋ ਕਲੀਨਿੰਗਨੈਸ ਉੱਤੇ ਰੂਲ ਸਨ ਆਸ਼ਰਮ ਵਾਲੇ, ਉਹ ਉਹਨਾਂ ਨੇ ਉੱਥੇ ਸਿੱਖਿਆ ਦਿੱਤੀ ਲੋਕਾਂ ਨੂੰ। ਐਂਡ ਕਮਿਊਨਿਟੀ ਸੈਨੀਟੇਸ਼ਨ, ਅਤੇ ਆਲੇ ਦੁਆਲੇ ਦੀ ਸਫਾਈ ਕਿਸ ਤਰ੍ਹਾਂ ਰੱਖਣੀ ਹੈ, ਇਸ ਤਰ੍ਹਾਂ ਗਾਂਧੀ ਜੀ ਦੀ ਵਾਈਫ ਜੋ ਕਸਤੂਰਬਾਈ ਸੀ ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ। ਹੈਲਥ ਕੰਡੀਸ਼ਨਸ ਵਰ ਮਿਜ਼ਰੇਬਲ, ਸਿਹਤ ਦੇ ਪ੍ਰਤੀ ਜੋ ਹਾਲਤਾਂ ਸਨ ਉਹ ਕੀ ਹੈ, ਬੜੀਆਂ ਹੀ ਤਰਸਯੋਗ ਸਨ, ਲੋਕਾਂ ਦੀ ਸਿਹਤ ਬੜੀ ਹੀ ਮਾੜੀ ਸੀ। ਗਾਂਧੀ ਗੋਟ ਅ ਡਾਕਟਰ ਟੂ ਵਲੰਟੀਅਰ ਹਿਸ ਸਰਵਿਸਿਜ਼, ਗਾਂਧੀ ਜੀ ਨੇ ਇੱਕ ਡਾਕਟਰ ਵੀ ਗਾਂਧੀ ਜੀ ਕੋਲ ਆ ਕੇ 6 ਮਹੀਨੇ ਆਪਣੀਆਂ ਸੇਵਾਵਾਂ ਦੇਣ ਦੇ ਲਈ। 3 ਮੈਡੀਸਨਸ ਵਰ ਅਵੇਲੇਬਲ, 3 ਮੈਡੀਸਨਸ ਉਸ ਸਮੇਂ ਉਪਲਬਧ ਸਨ। ਕਾਸਟਰ ਆਇਲ, ਕੋਨੀਨ ਐਂਡ ਸਲਫਰ ਆਇੰਟਮੈਂਟ, ਕਾਸਟਰ ਆਇਲ ਸੀ, ਕੋਨੀਨ ਸੀ, ਅਤੇ ਸਲਫਰ ਆਇੰਟਮੈਂਟ ਸੀ। ਐਨੀਬੋਡੀ ਹੂ ਸ਼ੋਡ ਏ ਕੋਟਰ ਟੰਗ, ਕੋਈ ਵੀ ਵਿਅਕਤੀ ਜੋ ਆਪਣੀ ਕੋਟਰ ਟੰਗ ਦਿਖਾਉਂਦਾ, ਆਪਣੀ ਜੀਭ ਦਿਖਾਉਂਦਾ, ਵਾਸ ਗਿਵਨ ਏ ਡੋਜ਼ ਆਫ ਕੈਸਟਰ ਆਇਲ, ਗੰਦੀ ਜੀਭ ਜੇਕਰ ਕੋਈ ਦਿਖਾਉਂਦਾ ਤਾਂ ਉਸਨੂੰ ਕੀ ਹੈ, ਕੈਸਟਰ ਆਇਲ ਦੀ ਇੱਕ ਡੋਜ਼ ਦਿੱਤੀ ਜਾਂਦੀ। ਐਨੀਬੋਡੀ ਵਿਦ ਮਲੇਰੀਆ ਫੀਵਰ, ਜੇ ਕਿਸੇ ਨੂੰ ਮਲੇਰੀਆ ਫੀਵਰ ਹੁੰਦਾ, ਮਲੇਰੀਆ ਦਾ ਬੁਖਾਰ ਹੁੰਦਾ, ਰਿਸੀਵਡ ਕਨੀਨ ਪਲੱਸ ਕੈਸਟਰ ਆਇਲ, ਉਸਨੂੰ ਕੋਨੀਨ ਅਤੇ ਕੈਸਟਰ ਆਇਲ ਦਿੱਤਾ ਜਾਂਦਾ। ਐਨੀਬੋਡੀ ਵਿਦ ਸਕਿਨ ਐਰਪਸ਼ਨ,
ਕੋਈ ਵੀ ਵਿਅਕਤੀ ਜਿਸ ਨੂੰ ਕੀ ਹੈ ਕੋਈ ਚਮੜੀ ਦੀ ਕੋਈ ਬਿਮਾਰੀ ਹੁੰਦੀ received ointment plus castor oil, ਉਸ ਨੂੰ ਇੱਕ ਮਰਹਮ ਦਿੱਤੀ ਜਾਂਦੀ ਅਤੇ ਕੈਸਟਰ ਆਇਲ ਵੀ ਦਿੱਤਾ ਜਾਂਦਾ। ਗਾਂਧੀ ਨੋਟਿਸਡ ਦਾ ਫਿਲਦੀ ਸਟੇਟ ਆਫ ਵਿਮਨਸ ਕਲੌਥ, ਗਾਂਧੀ ਜੀ ਨੇ ਕੀ ਹੈ ਔਰਤਾਂ ਦੇ ਜੋ ਗੰਦੇ ਕੱਪੜੇ ਸਨ ਉਹ ਵੀ ਗਾਂਧੀ ਜੀ ਨੇ ਨੋਟਿਸ ਕੀਤੇ ਕਿ ਔਰਤਾਂ ਦੇ ਕੱਪੜੇ ਬਹੁਤ ਹੀ ਗੰਦੇ ਹਨ। ਹੀ ਆਸਕਡ ਕਸਤੂਰਬਾਈ ਟੂ ਟਾਕ ਟੂ them, ਉਹਨਾਂ ਨੇ ਕਸਤੂਰਬਾਈ ਨੂੰ ਆਪਣੀ ਪਤਨੀ ਨੂੰ ਕਿਹਾ ਕਿ ਉਹ ਉਹਨਾਂ ਔਰਤਾਂ ਨਾਲ ਗੱਲ ਕਰਨ ਇਸ ਬਾਰੇ। ਵਨ ਵੂਮਨ ਟੁਕ ਕਸਤੂਰਬਾਈ ਇਨਟੂ ਹਰ ਹਟ ਐਂਡ ਸੈਡ, ਇੱਕ ਔਰਤ ਕਸਤੂਰਬਾਈ ਨੂੰ ਆਪਣੀ ਹੱਟ ਵਿੱਚ ਲੈ ਗਈ, ਆਪਣੀ ਝੌਂਪੜੀ ਵਿੱਚ ਲੈ ਗਈ ਅਤੇ ਕੀ ਦੱਸਿਆ, ਲੁੱਕ ਦੇਖੋ, ਦੇਅਰ ਇਜ਼ ਨੋ ਬਾਕਸ ਔਰ ਕਬਰਡ ਹੇਅਰ ਫॉर ਕਲॉथ्स, ਇੱਥੇ ਕੋਈ ਵੀ ਬਾਕਸ ਨਹੀਂ ਹੈ, ਕੋਈ ਵੀ ਅਲਮੀਰਾ ਨਹੀਂ ਹੈ ਕੱਪੜੇ ਰੱਖਣ ਦੇ ਲਈ। ਦਾ ਸਾਰੀ ਆਈ ਐਮ ਵੀਰਿੰਗ, ਜਿਹੜੀ ਸਾਰੀ ਮੇਰੇ ਪਹਿਨੀ ਹੋਈ ਹੈ, ਇਸ ਦਾ ਓਨਲੀ ਵਨ ਆਈ ਹੈ, ਇਹੀ ਇੱਕੋ ਇੱਕ ਹੈ ਜੋ ਮੇਰੇ ਕੋਲ ਹੈ। ਡਿਊਰਿੰਗ ਹਿਜ਼ ਲੌਂਗ ਸਟੇ ਇਨ ਚੰਪਾਰਨ, ਆਪਣੇ ਇੱਕ ਲੰਮੇ ਸਟੇ ਦੇ ਦੌਰਾਨ ਚੰਪਾਰਨ ਦੇ ਵਿੱਚ ਗਾਂਧੀ ਕੈਪਟ ਅ ਲੌਂਗ ਡਿਸਟੈਂਸ ਵਾਚ ਔਨ ਦਾ ਆਸ਼ਰਮ, ਗਾਂਧੀ ਜੀ ਨੇ ਇੱਕ ਲੰਮੀ ਦੂਰੀ ਤੋਂ ਆਪਣੇ ਆਸ਼ਰਮ ਉੱਤੇ ਵੀ ਨਿਗਾਹ ਰੱਖੀ ਹੋਈ ਸੀ। ਹੀ ਸੈਂਟ ਰੈਗੂਲਰ ਇੰਸਟਰਕਸ਼ਨਸ ਬਾਈ ਮੇਲ, ਉਹ ਕੀ ਹੈ ਲਗਾਤਾਰ ਮੇਲ ਦੇ ਦੁਆਰਾ ਆਪਣੇ ਵੱਲੋਂ ਹਦਾਇਤਾਂ ਭੇਜ ਰਹੇ ਸਨ ਉੱਥੇ। ਐਂਡ ਆਸਕਡ ਫॉर ਫਾਈਨੈਂਸ਼ੀਅਲ ਅਕਾਊਂਟਸ, ਅਤੇ ਜੋ ਫਾਈਨੈਂਸ਼ੀਅਲ ਵਿੱਤੀ ਅਕਾਊਂਟ ਸਨ, ਖਾਤੇ ਸਨ, ਉਹਨਾਂ ਦੇ ਵੱਲ ਵੀ ਪੂਰਾ ਧਿਆਨ ਰੱਖ ਰਹੇ ਸਨ। ਵੰਸ ਹੀ ਰੋਡ ਟੂ ਦਾ ਰੈਜ਼ੀਡੈਂਟਸ that it was time to fill in the old Latin trenches and dig new ones, ਗਾਂਧੀ ਜੀ ਨੇ ਉੱਥੇ ਲੋਕਾਂ ਨੂੰ ਇੱਕ ਵਾਰ ਇਹ ਵੀ ਸੰਦੇਸ਼ ਦਿੱਤਾ ਕਿ ਉਹਨਾਂ ਨੂੰ ਜੋ ਪੁਰਾਣੇ ਲੈਟਰਿਨ ਦੇ ਗੱਡੇ ਹਨ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਨਵੇਂ ਪਟਵਾ ਲੈਣੇ ਚਾਹੀਦੇ ਹਨ, ਨਹੀਂ ਤਾਂ ਜੋ the old ones would begin to smell bad, ਨਹੀਂ ਤਾਂ ਪੁਰਾਣੇ ਗੱਡਿਆਂ ਦੇ ਵਿੱਚੋਂ ਬੈਡ ਸਮੈਲ ਆਉਣੀ ਸਟਾਰਟ ਹੋ ਜਾਵੇਗੀ। The ਚੰਪਾਰਨ ਐਪੀਸੋਡ was a turning point in ਗਾਂਧੀ ਜੀ's life, ਇਹ ਜੋ ਚੰਪਾਰਨ ਦਾ ਐਪੀਸੋਡ ਸੀ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਇਹ ਟਰਨਿੰਗ ਪੁਆਇੰਟ ਸੀ। What I did, he explained, ਉਹ ਦੱਸਦੇ ਹਨ ਕਿ ਜੋ ਮੈਂ ਕੀਤਾ was very ordinary thing, ਇਹ ਬਹੁਤ ਹੀ ਸਧਾਰਨ ਜਿਹੀ ਗੱਲ ਸੀ। I declared that the British could not order me about in my own country, ਮੈਂ ਤਾਂ ਬਸ ਇਹੀ ਘੋਸ਼ਣਾ ਕੀਤੀ ਸੀ ਕਿ ਜੋ ਅੰਗਰੇਜ਼ ਹਨ ਮੇਰੇ ਹੀ ਦੇਸ਼ ਵਿੱਚ ਮੈਨੂੰ ਆਰਡਰ ਨਹੀਂ ਦੇ ਸਕਦੇ। ਬਟ ਚੰਪਾਰਨ did not begin as an act of defiance, ਪਰ ਜੋ ਇਹ ਚੰਪਾਰਨ ਦਾ ਮਾਮਲਾ ਸੀ ਇਹ ਇੱਕ ਵਿਰੋਧ ਕਰਨ ਦੇ ਲਹਿਜੇ ਦੇ ਨਾਲ ਹੀ ਸ਼ੁਰੂ ਨਹੀਂ ਹੋਇਆ ਸੀ। ਇਟ grew out of an attempt, ਇਹ ਤਾਂ ਇੱਕ ਸਿਰਫ ਕੋਸ਼ਿਸ਼ ਸੀ to alleviate the distress of large number of poor peasants, ਇਹ ਤਾਂ ਸਿਰਫ ਇੱਕ ਕੋਸ਼ਿਸ਼ ਸੀ ਕਿ ਜੋ ਕਿਸਾਨ ਸਨ ਉਹਨਾਂ ਦੀ ਜੋ ਡਿਸਟ੍ਰੈਸ ਸੀ, ਉਹਨਾਂ ਦੀ ਨਿਰਾਸ਼ਾ ਸੀ, ਉਸ ਨੂੰ ਸਿਰਫ ਘੱਟ ਕਰਨ ਦੀ ਇੱਕ ਕੋਸ਼ਿਸ਼ ਸੀ। ਦਿਸ ਵਾਜ਼ ਦਾ ਟਿਪੀਕਲ ਗਾਂਧੀ ਪੈਟਰਨ, ਇਹੀ ਇੱਕ ਗਾਂਧੀ ਜੀ ਦਾ ਪੈਟਰਨ ਸੀ, ਉਹਨਾਂ ਦਾ ਇੱਕ ਢੰਗ ਸੀ ਕੰਮ ਕਰਨ ਦਾ। ਹਿਜ਼ ਪਾਲਿਸੀਜ਼ ਵਰ ਇੰਟਰਵੀਨਡ, ਉਹਨਾਂ ਦੀਆਂ ਜਿਹੜੀਆਂ ਪਾਲਿਸੀ ਸਨ ਉਹ ਕਿਸ ਚੀਜ਼ ਨਾਲ ਕਨੈਕਟਡ ਸਨ, ਵਿਦ ਦਾ ਪ੍ਰੈਕਟੀਕਲ ਡੇ ਟੂ ਡੇ ਪ੍ਰੋਬਲਮਸ ਆਫ ਦਾ ਮਿਲੀਅਨਸ, ਲੱਖਾਂ ਲੋਕਾਂ ਦੀਆਂ ਜੋ ਹਰ ਰੋਜ਼ ਦੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਹੁੰਦੀਆਂ। ਗਾਂਧੀ ਜੀ ਉਹਨਾਂ ਗੱਲਾਂ ਦੇ ਨਾਲ, ਗਾਂਧੀ ਜੀ ਦਾ ਜੋ ਕੰਮ ਸੀ, ਤਰੀਕਾ ਸੀ ਕੰਮ ਕਰਨ ਦਾ, ਉਹਨਾਂ ਦੇ ਨਾਲ ਸੰਬੰਧਿਤ ਸੀ, ਉਹ ਹਰ ਰੋਜ਼ ਦੀਆਂ ਲੋਕਾਂ ਦੀਆਂ ਪ੍ਰੋਬਲਮ ਦੇ ਨਾਲ ਜੁੜੇ ਹੋਏ ਸਨ। ਹਿਜ਼ ਵਾਜ਼ ਨਾਟ ਏ ਲੋਇਲਟੀ ਟੂ ਐਬਸਟ੍ਰੈਕਸ਼ਨ, ਉਹਨਾਂ ਦੀ ਕੋਈ ਕਾਨੂੰਨ ਤੋੜਨ ਦੇ ਨਾਲ ਵਫਾਦਾਰੀ ਨਹੀਂ ਸੀ, ਉਹ ਕਾਨੂੰਨ ਨਹੀਂ ਤੋੜਨਾ ਚਾਹੁੰਦੇ ਹੁੰਦੇ ਸਨ ਪਰ ਉਹ ਲੋਕਾਂ ਦੀ ਮਦਦ ਵੀ ਆਪਣੇ ਹੀ ਢੰਗ ਨਾਲ ਕਰਦੇ ਸਨ। ਇਟ ਵਾਜ਼ ਅ ਲੋਇਲਟੀ ਟੂ ਲਿਵਿੰਗ ਹਿਊਮਨ ਬੀਇੰਗਸ, ਉਹਨਾਂ ਦੀ ਵਫਾਦਾਰੀ ਤਾਂ ਜਿਉਂਦੇ ਜਾਗਦੇ ਮਨੁੱਖਾਂ ਦੇ ਵੱਲ ਸੀ। ਪਰ ਉਹ ਮਨੁੱਖਾਂ ਦੀ ਹੁਣ ਸੇਵਾ ਕਰਦੇ, ਜਦ ਉਹਨਾਂ ਨੇ ਮਨੁੱਖਾਂ ਦੀ ਸੇਵਾ ਹੀ ਕਰਨੀ ਹੁੰਦੀ ਸੀ ਤਾਂ ਜੇਕਰ ਕੋਈ ਕਾਨੂੰਨ ਵੀ ਤੋੜਨਾ ਪੈਂਦਾ ਤਾਂ ਉਹ ਵੀ ਪਿੱਛੇ ਨਾ ਹਟਦੇ। ਇਨ ਐਵਰੀਥਿੰਗ ਗਾਂਧੀ ਡਿਡ, ਜੋ ਵੀ ਗਾਂਧੀ ਜੀ ਨੇ ਕੀਤਾ, ਮੋਰ ਓਵਰ ਹੀ ਟਰਾਈ ਟੂ ਮਾਊਲਡ ਏ ਨਿਊ ਫ੍ਰੀ ਇੰਡੀਆ, ਉਹਨਾਂ ਨੇ ਕੀ ਆ ਇੱਕ ਨਵਾਂ ਆਜ਼ਾਦ ਭਾਰਤ ਇੱਕ ਬਣਾਉਣ ਦੀ, ਇੱਕ ਨਵੇਂ ਆਜ਼ਾਦ ਭਾਰਤ ਨੂੰ ਆਕਾਰ ਦੇਣ ਦੀ ਕੋਸ਼ਿਸ਼ ਕੀਤੀ। ਹੂ ਕੁਡ ਸਟੈਂਡ ਔਨ ਹਿਜ਼ ਓਨ ਫੀਟ, ਜਿਹੜਾ ਕੀ ਹੈ ਆਪਣੇ ਕਦਮਾਂ ਤੇ ਖੜਾ ਹੋ ਸਕੇ। ਐਂਡ ਦਸ ਮੇਕ ਫ੍ਰੀ ਇੰਡੀਆ, ਅਤੇ ਇਸ ਤਰ੍ਹਾਂ ਇੱਕ ਆਜ਼ਾਦ ਭਾਰਤ ਬਣਾਇਆ ਜਾ ਸਕੇ। ਅਰਲੀ ਇਨ ਦਾ ਚੰਪਾਰਨ ਐਕਸ਼ਨ, ਚਾਰਲਸ ਫਰੀਅਰ ਐਂਡਰਿਊ ਦਾ ਇੰਗਲਿਸ਼ ਪੈਸੀਫਿਸਟ, ਚੰਪਾਰਨ ਐਪੀਸੋਡ ਦੇ ਸ਼ੁਰੂਆਤ ਵਿੱਚ ਜੋ ਚਾਰਲਸ ਫਰੀਅਰ ਐਂਡਰਿਊ ਨਾਮ ਦਾ ਇੱਕ ਵਿਅਕਤੀ ਸੀ ਜੋ ਕਿ ਇੰਗਲਿਸ਼ ਪੈਸੀਫਿਸਟ ਵਿਅਕਤੀ ਸੀ, who had become a devoter
ਫੋਲੋਅਰ ਆਫ ਦਾ ਮਹਾਤਮਾ। ਉਹ ਕੀ ਹੈ, ਗਾਂਧੀ ਜੀ ਦਾ ਇੱਕ ਪੂਰੀ ਤਰ੍ਹਾਂ ਡਿਵੋਟਰ ਬਣ ਗਿਆ ਸੀ, ਗਾਂਧੀ ਜੀ ਦਾ ਪੂਰੀ ਤਰ੍ਹਾਂ ਇੱਕ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਭਗਤ ਹੀ ਇੱਕ ਬਣ ਗਿਆ ਸੀ। ਕੇਮ ਟੂ ਬਿਡ ਗਾਂਧੀ ਜੀ ਫੇਅਰਵੈਲ, ਉਹ ਗਾਂਧੀ ਜੀ ਨੂੰ ਕੀ ਹੈ ਫੇਅਰਵੈਲ ਕਹਿਣ ਦੇ ਲਈ ਆਏ, ਅਲਵਿਦਾ ਕਹਿਣ ਦੇ ਲਈ ਆਏ, ਬਿਫੋਰ ਗੋਇੰਗ ਟੂ ਅ ਟੂਰ ਆਫ ਡਿਊਟੀ ਟੂ ਦਾ ਫਿਜੀ ਆਈਲੈਂਡਸ, ਕਿਉਂਕਿ ਉਹ ਇੱਕ ਆਪਣੀ ਡਿਊਟੀ ਦੇ ਸੰਬੰਧ ਵਿੱਚ ਫਿਜੀ ਆਈਲੈਂਡਸ ਵੱਲ ਜਾ ਰਹੇ ਸਨ ਅਤੇ ਗਾਂਧੀ ਜੀ ਨੂੰ ਉਹ ਅਲਵਿਦਾ ਕਹਿਣ ਦੇ ਲਈ ਗਾਂਧੀ ਜੀ ਦੇ ਕੋਲ ਆਏ। Gandhi's lawyers friends thought it would be a good idea for Andrew to stay in the Champaran and help them. ਗਾਂਧੀ ਜੀ ਦੇ ਜੋ ਫਰੈਂਡਸ ਸਨ, ਵਕੀਲ ਦੋਸਤ ਸਨ, ਉਹਨਾਂ ਦਾ ਕੀ ਵਿਚਾਰ ਸੀ ਕਿ ਐਂਡਰਿਊ ਉਹਨਾਂ ਦੇ ਨਾਲ ਹੀ ਚੰਪਾਰਨ ਦੇ ਵਿੱਚ ਰੁਕ ਜਾਣ ਅਤੇ ਉਹਨਾਂ ਦੀ ਸਹਾਇਤਾ ਕਰਨ। ਐਂਡਰਿਊ ਵਾਜ਼ ਵਿਲਿੰਗ, ਐਂਡਰਿਊ ਵੀ ਇਸ ਗੱਲ ਦੇ ਲਈ ਇੱਛੁਕ ਸੀ। ਇਫ ਗਾਂਧੀ ਜੀ ਐਗਰੀਡ, ਜੇਕਰ ਗਾਂਧੀ ਜੀ ਐਗਰੀਡ ਹੋ ਜਾਂਦੇ, ਸਹਿਮਤੀ ਦੇ ਦਿੰਦੇ ਇਸ ਗੱਲ ਨੂੰ, ਤਾਂ ਐਂਡਰਿਊ ਵੀ ਉੱਥੇ ਰੁਕਣ ਦੇ ਲਈ ਰਾਜੀ ਸੀ। ਬਟ ਗਾਂਧੀ ਵਾਜ਼ ਵਹਿਮੈਂਟਲੀ ਓਪੋਜ਼ਡ, ਪਰ ਗਾਂਧੀ ਜੀ ਨੇ ਇਸ ਗੱਲ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਅਤੇ ਕੀ ਕਿਹਾ ਗਾਂਧੀ ਜੀ ਨੇ, ਯੂ ਥਿੰਕ ਦੈਟ ਇਨ ਦਿਸ ਅਨਇਕੁਅਲ ਫਾਈਟ ਇਟ ਵੁੱਡ ਬੀ ਹੈਲਪਫੁਲ ਇਫ ਵੀ ਹੈਵ ਐਨ ਇੰਗਲਿਸ਼ਮੈਨ ਔਨ ਆਰ ਸਾਈਡ, ਕੀ ਤੁਸੀਂ ਸੋਚਦੇ ਹੋ ਕਿ ਇਹ ਠੀਕ ਹੋਵੇਗਾ ਇਸ ਅਨਇਕੁਅਲ ਫਾਈਟ, ਜਦ ਇਸ ਅਨਇਕੁਅਲ ਫਾਈਟ ਅਸੀਂ ਲੜ ਰਹੇ ਹਾਂ, ਇਹ ਲੜਾਈ ਲੜ ਰਹੇ ਹਾਂ, ਛੋਟੇ ਵੱਡੇ ਦੀ ਲੜਾਈ ਲੜ ਰਹੇ ਹਾਂ, ਕੀ ਇਹ ਚੰਗਾ ਹੋਵੇਗਾ ਕਿ ਜਿਸ ਵਿੱਚ ਇੱਕ ਇੰਗਲਿਸ਼ਮੈਨ ਸਾਡੀ ਸਾਈਡ ਉੱਤੇ ਹੋਵੇ ਅਤੇ ਅਸੀਂ ਇੱਕ ਇੰਗਲਿਸ਼ਮੈਨ ਦੀ ਸਹਾਇਤਾ ਲਈਏ। ਦਿਸ ਸ਼ੋ ਦਾ ਵੀਕਨੈਸ ਆਫ ਯੂਰ ਹਾਰਟ, ਇਹ ਗੱਲ ਤਾਂ ਤੁਹਾਡੇ ਦਿਲ ਦੀ ਕਮਜ਼ੋਰੀ ਨੂੰ ਸ਼ੋਅ ਕਰਦੀ ਹੈ। ਦ ਕੌਜ਼ ਇਜ਼ ਜਸਟ ਐਂਡ ਯੂ ਮਸਟ ਰੈਲੇ ਅਪੋਨ ਯੂਅਰਸੈਲਫ, ਇਹ ਕੀ ਹੈ ਕਾਰਨ, ਜਿਸ ਲੜਾਈ ਸਾਡੀ ਹੈ, ਜੋ ਬੇਸ ਹੈ ਇਸ ਲੜਾਈ ਦਾ, ਉਹ ਕੀ ਹੈ, ਉਹ ਇਨਸਾਫ ਵਾਲਾ ਹੈ। ਅਸੀਂ ਇਨਸਾਫ ਚਾਹੁੰਦੇ ਹਾਂ ਅਤੇ ਤੁਹਾਨੂੰ ਕੀ ਹੈ ਆਪਣੇ ਆਪ ਉੱਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਹ ਲੜਾਈ ਜਿੱਤੋਗੇ। ਯੂ ਸ਼ੁੱਡ ਨਾਟ ਸੀਕ ਅ ਪ੍ਰੋਪ ਇਨ ਮਿਸਟਰ ਐਂਡਰਿਊ, ਤੁਹਾਨੂੰ ਕੀ ਹੈ ਇੱਕ ਸਹਾਰਾ ਨਹੀਂ ਲੱਭਣਾ ਚਾਹੀਦਾ ਮਿਸਟਰ ਐਂਡਰਿਊ ਦੇ ਵਿੱਚ, ਬਿਕੋਜ਼ ਹੀ ਹੈਪਨਸ ਟੂ ਬੀ ਐਨ ਇੰਗਲਿਸ਼ਮੈਨ, ਕਿ ਸੰਯੋਗ ਵਸ ਉਹ ਕੀ ਹੈ ਇੱਕ ਇੰਗਲਿਸ਼ਮੈਨ ਹਨ, ਅੰਗਰੇਜ਼ ਹਨ, ਇਸ ਲਈ ਤੁਹਾਨੂੰ ਉਹਨਾਂ ਦਾ ਸਹਾਰਾ ਨਹੀਂ ਦੇਖਣਾ ਚਾਹੀਦਾ। he had read our minds correctly, ਰਜਿੰਦਰ ਪ੍ਰਸਾਦ comments, ਰਜਿੰਦਰ ਪ੍ਰਸਾਦ ਕੀ ਦੱਸਦੇ ਹਨ ਕਿ ਗਾਂਧੀ ਜੀ ਨੇ ਸਾਡੇ ਮਾਈਂਡ ਨੂੰ ਪੂਰੇ ਸਹੀ ਤਰੀਕੇ ਨਾਲ ਪੜ੍ਹ ਲਿਆ ਸੀ। ਐਂਡ ਵੀ ਹੈਡ ਨੋ ਰਿਪਲਾਈ, ਅਤੇ ਸਾਡੇ ਕੋਲ ਹੁਣ ਕੋਈ ਵੀ ਉੱਤਰ ਨਹੀਂ ਸੀ। ਗਾਂਧੀ ਇਨ ਦਿਸ ਵੇ ਟਾਟ ਅਸ ਅ ਲੈਸਨ ਇਨ ਸੈਲਫ ਰਿਲਾਇੰਸ, ਗਾਂਧੀ ਜੀ ਨੇ ਇਸ ਢੰਗ ਨਾਲ ਸਾਨੂੰ ਇੱਕ ਆਤਮ ਨਿਰਭਰਤਾ ਦਾ ਸਬਕ ਵੀ ਸਿਖਾ ਦਿੱਤਾ ਸੀ ਕਿ ਸਾਨੂੰ ਸਭ ਨੂੰ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ, ਆਪਣੇ ਆਪ ਉੱਪਰ ਹੀ ਨਿਰਭਰ ਰਹਿਣਾ ਚਾਹੀਦਾ ਹੈ, ਹਰ ਇੱਕ ਕੰਮ ਵਿੱਚ ਸਾਨੂੰ ਦੂਸਰਿਆਂ ਦੇ ਵੱਲ ਨਹੀਂ ਦੇਖਣਾ ਚਾਹੀਦਾ। ਸੈਲਫ ਰਿਲਾਇੰਸ, ਇੰਡੀਅਨ ਇੰਡੀਪੈਂਡੈਂਸ ਐਂਡ ਹੈਲਪ ਟੂ ਸ਼ੇਅਰ ਕ੍ਰੌਪਰਸ ਵਰ ਆਲ ਬਾਉਂਡ ਟੂਗੈਦਰ, ਇਹ ਆਤਮ ਨਿਰਭਰਤਾ, ਭਾਰਤ ਦੀ ਆਜ਼ਾਦੀ ਤੇ ਸ਼ੇਅਰ ਕ੍ਰੌਪਰਸ ਦੀ ਇਹ ਜੋ ਸਹਾਇਤਾ ਸੀ, ਇਹ ਸਾਰੇ ਕੀ ਹੈ ਇੱਕ ਦੂਜੇ ਦੇ ਨਾਲ ਜੁੜੇ ਹੋਏ ਸਨ। ਸਟੂਡੈਂਟ ਤੁਸੀਂ ਕਿਹੜੇ ਕਿਹੜੇ ਪੁਆਇੰਟਸ ਨੂੰ ਮੇਨ ਲਈ ਯਾਦ ਰੱਖਣਾ ਹੈ ਕਿ ਗਾਂਧੀ ਜੀ ਕੋਲ ਰਾਜਕੁਮਾਰ ਸ਼ੁਕਲਾ ਆਇਆ ਸੀ, ਉਹ ਚਾਹੁੰਦਾ ਸੀ ਕਿ ਉਹ ਉਸ ਨਾਲ ਉਸਦੇ ਡਿਸਟ੍ਰਿਕਟ ਚੰਪਾਰਨ ਚੱਲਣ, ਪਰ ਗਾਂਧੀ ਜੀ ਦੀਆਂ ਬਹੁਤ ਸਾਰੀਆਂ ਅਪਾਇੰਟਮੈਂਟ ਸਨ, ਇਸ ਲਈ ਉਹ ਉਸਦੇ ਨਾਲ ਨਹੀਂ ਜਾਣਾ ਚਾਹੁੰਦੇ ਸਨ। ਪਰ ਜਿੱਥੇ ਜਿੱਥੇ ਗਾਂਧੀ ਜੀ ਜਾਂਦੇ, ਰਾਜਕੁਮਾਰ ਸ਼ੁਕਲਾ ਵੀ ਉਹਨਾਂ ਦੇ ਪਿੱਛੇ ਪਿੱਛੇ ਹੀ ਚਲਾ ਜਾਂਦਾ। ਗਾਂਧੀ ਜੀ ਉਸ ਤੋਂ ਇੰਪ੍ਰੈਸ ਹੋ ਗਏ ਤੇ ਕਿਹਾ ਕਿ ਕੁਝ ਕੀ ਗਾਂਧੀ ਜੀ ਨੇ ਉਸ ਨੂੰ ਕਿਹਾ ਕਿ ਕੁਝ ਸਮੇਂ ਬਾਅਦ ਵੀ ਉਹਨਾਂ ਦੇ ਨਾਲ ਉਹ ਚੱਲਣਗੇ। ਬਾਅਦ ਵਿੱਚ ਉਹ ਕਲਕੱਤਾ ਜਾਣਾ ਹੈ, ਉਹਨਾਂ ਨੇ ਗਾਂਧੀ ਜੀ ਨੇ ਕਿਹਾ ਕਿ ਉਹਨਾਂ ਨੇ ਕਲਕੱਤਾ ਜਾਣਾ ਹੈ ਕੁਝ ਸਮੇਂ ਬਾਅਦ, ਤੇ ਉਹ ਉਹਨਾਂ ਨੂੰ ਉੱਥੇ ਆ ਕੇ ਮਿਲੇ ਤੇ ਉੱਥੋਂ ਆਪਣੇ ਨਾਲ ਲੈ ਜਾਵੇ। ਗਾਂਧੀ ਜੀ ਜਦ ਕਲਕੱਤੇ ਗਏ ਤੇ ਉੱਥੇ ਉਹਨਾਂ ਨੂੰ ਰਾਜਕੁਮਾਰ ਸ਼ੁਕਲਾ ਮਿਲ ਗਿਆ, ਉੱਥੇ ਉਹਨਾਂ ਦਾ ਉਡੀਕ ਕਰ ਰਿਹਾ ਸੀ। ਉਹ ਦੋਵੇਂ ਇੱਕ ਕੀ ਹੈ ਉੱਥੋਂ ਜਦ ਗਾਂਧੀ ਜੀ ਨੂੰ ਉਹਨਾਂ ਨੇ ਰਾਜਕੁਮਾਰ ਸ਼ੁਕਲਾ ਗਾਂਧੀ ਜੀ ਨੂੰ ਉੱਥੇ ਕਲਕੱਤਾ ਵਿਖੇ ਮਿਲ ਗਿਆ ਤੇ ਉਹ ਦੋਵੇਂ ਕੀ ਹੈ ਟ੍ਰੇਨ ਤੇ ਚੜ੍ਹੇ ਤੇ ਪਟਨਾ ਚੱਲ ਪਏ। ਪਟਨਾ 'ਚ ਉਹ ਉਹਨਾਂ ਨੂੰ ਆਪਣੇ ਵਕੀਲ ਰਜਿੰਦਰ ਪ੍ਰਸਾਦ ਦੇ ਘਰ ਲੈ ਗਿਆ ਸੀ, ਜਿਸ ਤਰ੍ਹਾਂ ਆਪਾਂ ਸਟੋਰੀ ਵਿੱਚ ਪੜ੍ਹਿਆ, ਉਸਦੇ ਮੇਨ ਪੁਆਇੰਟ ਹੀ ਤੁਹਾਨੂੰ ਮੈਂ ਦੱਸ ਰਿਹਾ ਹਾਂ, ਜੋ ਕਿ ਬਾਅਦ ਵਿੱਚ ਕੀ ਆ ਕਾਂਗਰਸ ਪਾਰਟੀ ਦੇ ਤੇ ਇੰਡੀਆ ਦੇ ਵੀ ਜੋ ਪ੍ਰੈਜ਼ੀਡੈਂਟ ਬਣੇ ਸੀ ਰਜਿੰਦਰ ਪ੍ਰਸਾਦ, ਰਾਜਕੁਮਾਰ ਸ਼ੁਕਲਾ ਗਾਂਧੀ ਜੀ ਨੂੰ ਉੱਥੇ ਲੈ ਗਾਂਧੀ ਜੀ ਨੂੰ ਉਹਨਾਂ ਦੇ ਕੋਲ ਲੈ ਗਿਆ। ਉਸ ਸਮੇਂ ਰਜਿੰਦਰ ਪ੍ਰਸਾਦ ਘਰ ਨਹੀਂ ਸਨ, ਜਿਵੇਂ ਕਿ ਆਪਾਂ ਪੜ੍ਹਿਆ ਹੈ ਲੈਸਨ ਵਿੱਚ, ਘਰ ਨਹੀਂ ਸਨ ਤੇ ਜਦ ਗਾਂਧੀ ਜੀ ਨੇ ਰਾਜਕੁਮਾਰ ਸ਼ੁਕਲਾ ਨੂੰ ਕਿਹਾ ਕਿ ਉਹ ਮੁਜ਼ੱਫਰਪੁਰ, ਫਿਰ ਉਸ ਤੋਂ ਬਾਅਦ ਕੀ ਹੈ ਘਰ ਨਹੀਂ ਸਨ ਤੇ ਦੋ ਜੋ ਉਹਨਾਂ ਦੇ ਨੌਕਰ ਸਨ ਉਹਨਾਂ ਨੇ
ਇਹਨਾਂ ਗਾਂਧੀ ਜੀ ਨੂੰ ਵੀ ਇੱਕ ਕੀ ਸਮਝ ਲਿਆ ਸੀ, ਇੱਕ ਕਿਸਾਨ ਹੀ ਸਮਝ ਲਿਆ ਸੀ। ਠੀਕ ਹੈ। ਤੇ ਉਹ ਕੀ ਹੈ, ਗਾਂਧੀ ਜੀ ਨੇ ਰਾਜ ਕੁਮਾਰ ਸ਼ੁਕਲਾ ਨੂੰ ਕੀ ਕਿਹਾ ਸੀ ਕਿ ਉਹ ਪਹਿਲਾਂ ਮੁਜ਼ੱਫਰਪੁਰ ਜਾਣਗੇ ਤੇ ਫਿਰ ਰਸਤੇ ਵਿੱਚ ਹੀ ਹਾਲੇ ਸੀ ਉਹ ਕਿ ਉੱਥੇ ਮੈਂ ਵੀ ਪੂਰੀ ਇਨਫੋਰਮੇਸ਼ਨ ਰਸਤੇ ਵਿੱਚੋਂ ਲੈਣੀ ਚਾਹਾਂਗਾ। ਇਹ ਗਾਂਧੀ ਜੀ ਨੇ ਕਿਹਾ ਮੁਜ਼ੱਫਰਪੁਰ, ਇਸ ਲਈ ਜਾਣਾ ਚਾਹੁੰਦੇ ਸੀ ਉਹ। ਉੱਥੇ ਗਾਂਧੀ ਜੀ ਮੁਜ਼ੱਫਰਪੁਰ ਗਏ ਜਦ ਉੱਥੇ ਪ੍ਰੋਫੈਸਰ ਮਲਕਾਣੀ ਦੇ ਘਰ ਉਹ ਰੁਕੇ 2 ਦਿਨ ਤੱਕ। ਉਹਨਾਂ ਦੇ ਆਉਣ ਦੀ ਖਬਰ ਮੁਜ਼ੱਫਰਪੁਰ ਤੋਂ ਚੰਪਾਰਨ ਤੱਕ ਫੈਲ ਗਈ ਸੀ ਤੇ ਕਿਸਾਨ ਉਹਨਾਂ ਨੂੰ ਦੇਖਣ ਲਈ ਆਉਣ ਲੱਗ ਪਏ ਸੀ ਚੰਪਾਰਨ ਤੋਂ। ਜੋ ਉੱਥੇ ਵਕੀਲ ਸਨ ਉਹ ਵੀ ਉੱਥੇ ਗਾਂਧੀ ਜੀ ਨੂੰ ਮਿਲਣ ਆਏ ਤੇ ਗਾਂਧੀ ਜੀ ਨੂੰ ਦੱਸਿਆ ਕਿ ਉਹ ਕਿੰਨੀ ਫੀਸ ਲੈਂਦੇ ਹਨ ਤੇ ਕੀ ਕੀ ਕੇਸ ਹਨ ਜੋ ਕਿਸਾਨਾਂ ਦੇ ਹਨ ਅੰਗਰੇਜ਼ਾਂ ਦੇ ਨਾਲ। ਗਾਂਧੀ ਜੀ ਨੇ ਉਹਨਾਂ ਨੂੰ ਝਿੜਕਿਆ ਵੀ ਸੀ ਕਿ ਉਹ ਕਿਸਾਨਾਂ ਤੋਂ ਜ਼ਿਆਦਾ ਫੀਸ ਲੈ ਰਹੇ ਹਨ ਤੇ ਉਹਨਾਂ ਨੂੰ ਕੀ ਕਿਹਾ ਸੀ ਕਿ ਜੇਕਰ ਸੱਚਮੁੱਚ ਹੀ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਉਹ ਕਿਸਾਨਾਂ ਦੇ ਦਿਲਾਂ ਵਿੱਚ ਅੰਗਰੇਜ਼ਾਂ ਦਾ ਜੋ ਡਰ ਹੈ ਉਸ ਨੂੰ ਦੂਰ ਕਰਨ। ਉੱਥੇ ਗਾਂਧੀ ਜੀ ਸਬੂਤ ਇਕੱਠੇ ਕਰਨ ਲਈ ਫਿਰ ਚੰਪਾਰਨ ਗਏ। ਸਭ ਤੋਂ ਪਹਿਲਾਂ ਗਾਂਧੀ ਜੀ ਕੀ ਹੈ ਸੈਕਟਰੀ ਨੂੰ ਮਿਲੇ ਸੀ, ਬ੍ਰਿਟਿਸ਼ ਲੈਂਡਲੋਰਡ ਐਸੋਸੀਏਸ਼ਨ ਦਾ ਜੋ ਸੈਕਟਰੀ ਸੀ ਉਹਨੂੰ ਮਿਲੇ ਸੀ, ਪਰ ਉਸਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਆਊਟਸਾਈਡਰ ਨੂੰ ਜਾਣਕਾਰੀ ਨਹੀਂ ਦਿੰਦੇ। ਫਿਰ ਗਾਂਧੀ ਜੀ ਬ੍ਰਿਟਿਸ਼ ਕਮਿਸ਼ਨਰ ਨੂੰ ਮਿਲੇ, ਪਰ ਕਮਿਸ਼ਨਰ ਨੇ ਵੀ ਗਾਂਧੀ ਜੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਉਸ ਜਗ੍ਹਾ ਨੂੰ ਇਹ ਕਹਿ ਦਿੱਤਾ ਸੀ ਕਿ ਉਹ ਉਸ ਜਗ੍ਹਾ ਨੂੰ ਛੱਡ ਕੇ ਹੀ ਚਲੇ ਜਾਣ, ਭਾਵ ਜੋ 63 ਡਿਵੀਜ਼ਨ ਸੀ ਉਸ ਨੂੰ ਛੱਡ ਕੇ ਚਲੇ ਜਾਣ। ਗਾਂਧੀ ਜੀ ਉੱਥੋਂ ਛੱਡ ਕੇ ਨਹੀਂ ਗਏ ਸੀ ਬਲਕਿ ਅੱਗੇ ਮੋਤੀਹਾਰੀ ਚਲੇ ਗਏ ਸੀ ਜੋ ਚੰਪਾਰਨ ਦੀ ਕੈਪੀਟਲ ਸੀ, ਤੇ ਇੱਕ ਘਰ ਨੂੰ ਉਹਨਾਂ ਨੇ ਹੈੱਡਕੁਆਟਰ ਬਣਾ ਲਿਆ ਸੀ। ਅਗਲੇ ਹੀ ਦਿਨ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਿਸਾਨ ਨਾਲ ਬੁਰਾ ਵਿਵਹਾਰ ਕੀਤਾ ਗਿਆ ਸੀ ਤੇ ਗਾਂਧੀ ਜੀ ਇੱਕ ਹਾਥੀ ਉੱਤੇ ਬੈਠ ਕੇ ਜਾਣ ਲੱਗ ਪਏ ਸੀ ਉੱਧਰ ਨੂੰ, ਪਰ ਰਸਤੇ ਵਿੱਚ ਹੀ ਉਹਨਾਂ ਨੂੰ ਪੁਲਿਸ ਸੁਪਰਿੰਟੈਂਡੈਂਟ ਨੇ ਰੋਕ ਲਿਆ ਸੀ ਤੇ ਆਪਣੀ ਗੱਡੀ ਵਿੱਚ ਬਿਠਾ ਕੇ ਵਾਪਸ ਲੈ ਆਏ ਤੇ ਗਾਂਧੀ ਜੀ ਨੂੰ ਇੱਕ ਲੀਗਲ ਨੋਟਿਸ ਦੇ ਦਿੱਤਾ ਸੀ, ਕਾਨੂੰਨੀ ਨੋਟਿਸ ਦੇ ਦਿੱਤਾ ਸੀ ਕਿ ਉਹਨਾਂ ਨੇ ਇਹ ਥਾਂ ਛੱਡ ਕੇ ਚਲੇ ਜਾਣਾ ਹੈ, ਭਾਵ 63 ਡਿਵੀਜ਼ਨ ਨੂੰ ਛੱਡ ਕੇ ਚਲੇ ਜਾਣਾ ਹੈ। ਗਾਂਧੀ ਜੀ ਨੇ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉੱਥੇ ਸਲਿੱਪ ਉੱਤੇ ਲਿਖ ਦਿੱਤਾ ਸੀ ਕਿ ਉਹ ਡਿਸਓਬੇ ਕਰਨਗੇ ਇਸ ਗੱਲ ਦਾ। ਇਸ ਦਾ ਨਤੀਜਾ ਇਹ ਨਿਕਲਿਆ ਸੀ ਕਿ ਗਾਂਧੀ ਜੀ ਨੂੰ ਅਗਲੇ ਦਿਨ ਕੋਰਟ ਤੋਂ ਆਰਡਰਸ ਆ ਗਿਆ ਕਿ ਅਗਲੇ ਦਿਨ ਤੁਸੀਂ ਕੋਰਟ ਵਿੱਚ ਪੇਸ਼ ਹੋਣਾ ਹੈ। ਗਾਂਧੀ ਜੀ ਨੇ ਅਗਲੇ ਦਿਨ ਕੋਰਟ ਗਏ ਜਦ ਗਾਂਧੀ ਜੀ, ਪਰ ਕੋਰਟ ਦੇ ਬਾਹਰ ਹਜ਼ਾਰਾਂ ਕਿਸਾਨ ਇਕੱਠੇ ਹੋ ਗਏ ਸੀ ਗਾਂਧੀ ਜੀ ਦੀ ਸਪੋਰਟ ਕਰਨ ਲਈ। ਜੱਜ ਨੂੰ ਗਾਂਧੀ ਜੀ ਨੂੰ ਬਿਨਾਂ ਜ਼ਮਾਨਤ ਤੋਂ ਹੀ ਛੱਡਣਾ ਪਿਆ ਸੀ। ਵਕੀਲ ਗਾਂਧੀ ਜੀ ਦੇ ਕੋਲ ਆਏ ਤੇ ਕਿਹਾ ਕਿ ਜੇਕਰ ਤੁਸੀਂ ਜੇਲ੍ਹ ਜਾਓਗੇ ਤਾਂ ਪਿੱਛੇ ਪਿੱਛੇ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ। ਜੋ ਗਾਂਧੀ ਜੀ ਦੇ ਸਾਥੀ ਵਕੀਲ ਸਨ ਉਹਨਾਂ ਨੇ ਆਪਸ ਵਿੱਚ ਰਾਏ ਕਰ ਲਈ ਸੀ ਨਾ, ਜਦ ਉਹਨਾਂ ਨੇ ਦੇਖਿਆ ਸੀ ਕਿ ਗਾਂਧੀ ਜੀ ਤਾਂ ਸਹਾਇਤਾ ਕਰਨ ਦੇ ਲਈ ਤਿਆਰ ਹਨ ਕਿਸਾਨਾਂ ਦੀ, ਤੇ ਇਹ ਬਾਹਰ ਦੇ ਵਿਅਕਤੀ ਹਨ ਤੇ ਫਿਰ ਵੀ ਇਹ ਸਹਾਇਤਾ ਕਰ ਰਹੇ ਹਨ ਤੇ ਅਸੀਂ ਤਾਂ ਗਵਾਂਢੀ ਜ਼ਿਲ੍ਹਿਆਂ ਦੇ ਹਾਂ, ਅਸੀਂ ਤਾਂ ਤੇ ਆਪਣੇ ਆਪ ਨੂੰ ਅਸੀਂ ਹਮੇਸ਼ਾ ਹੀ ਕਹਿੰਦੇ ਆਏ ਕਿ ਅਸੀਂ ਕਿਸਾਨਾਂ ਦੇ ਵੀ ਹਮਦਰਦ ਹਾਂ ਤੇ ਅਸੀਂ ਸਹਾਇਤਾ ਨਹੀਂ ਕਰ ਰਹੇ। ਫਿਰ ਉਹਨਾਂ ਨੇ ਗਾਂਧੀ ਜੀ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਵੀ ਤੁਹਾਡੇ ਨਾਲ ਜੇਲ੍ਹਾਂ ਦੇ ਵਿੱਚ ਪਿੱਛੇ ਜਾਵਾਂਗੇ। ਅਤੇ ਗਾਂਧੀ ਜੀ ਨੇ ਕੀ ਕਿਹਾ ਸੀ ਕਿ ਉਸ ਦਿਨ ਹੀ ਗਾਂਧੀ ਜੀ ਨੇ ਇਹ ਗੱਲ ਕਹਿ ਦਿੱਤਾ ਸੀ ਕਿ ਅਸੀਂ ਚੰਪਾਰਨ ਦੀ ਲੜਾਈ ਜਿੱਤ ਲਈ ਹੈ ਬਸ। ਕੁਝ ਸਮੇਂ ਬਾਅਦ ਉਹਨਾਂ ਨੂੰ ਲੈਫਟੀਨੈਂਟ ਗਵਰਨਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਹੈ। ਲੈਫਟੀਨੈਂਟ ਗਵਰਨਰ ਨੇ ਇੱਕ ਇਨਕੁਆਇਰੀ ਲਈ ਕਮਿਸ਼ਨ ਬਣਾ ਦਿੱਤਾ ਸੀਗਾ। ਲਾਸਟ ਵਿੱਚ ਜਦੋਂ ਬ੍ਰਿਟਿਸ਼ ਲੈਂਡਲੋਰਡਸ ਨੂੰ ਲੱਗਿਆ ਸੀ ਕਿ ਉਹਨਾਂ ਖਿਲਾਫ ਬਹੁਤ ਜ਼ਿਆਦਾ ਸਬੂਤ ਹਨ ਤਾਂ ਉਹ ਰਿਫੰਡ ਦੇਣ ਲਈ ਤਿਆਰ ਹੋ ਗਏ ਸੀ। ਉਹਨਾਂ ਨੇ ਸੋਚਿਆ ਸੀ ਕਿ ਗਾਂਧੀ ਜੀ ਪੂਰਾ ਰਿਫੰਡ ਹੀ ਵਾਪਸ ਮੰਗਣਗੇ, ਪਰ ਗਾਂਧੀ ਜੀ ਨੇ ਸਿਰਫ 50% ਰਿਫੰਡ ਹੀ ਮੰਗਿਆ ਸੀ। ਪਰ ਉਸ ਤੋਂ ਵੀ ਉਹਨਾਂ ਕੀ ਹੈ ਜੋ ਪਲਾਂਟਰ ਸੀਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ 25% ਹੀ ਰਿਫੰਡ ਵਾਪਸ ਦੇਵਾਂਗੇ, ਪਰ ਉਹ ਗਾਂਧੀ ਜੀ ਇੱਕਦਮ ਮੰਨ ਗਏ ਸੀ। ਗਾਂਧੀ ਜੀ ਨੇ ਬਾਅਦ ਵਿੱਚ ਦੱਸਿਆ ਕਿ ਜੋ ਪੈਸਾ ਮਿਲਿਆ, ਗਾਂਧੀ ਜੀ ਨੇ ਕਿਸਾਨਾਂ ਨੂੰ ਕੀ ਦੱਸਿਆ ਕਿ ਚਲੋ ਜੋ ਵੀ ਪੈਸਾ ਉਹਨਾਂ ਨੂੰ ਮਿਲਿਆ ਉਹ ਜ਼ਿਆਦਾ ਇੰਪੋਰਟੈਂਟ ਗੱਲ ਨਹੀਂ ਸੀ। ਇਸ ਦੇ ਨਾਲ ਇਹ ਹੋਇਆ ਕਿ ਬ੍ਰਿਟਿਸ਼ ਪਲਾਂਟਰ ਜੋ ਹਨ ਆਪਣੇ ਆਪ ਨੂੰ ਰੱਬ ਹੀ ਸਮਝਦੇ ਆ ਰਹੇ ਸਨ, ਉਹਨਾਂ ਨੂੰ ਕੁਝ ਪੈਸਾ ਵਾਪਸ ਕਰਨਾ ਪਿਆ ਸੀ। ਇਸ ਨਾਲ ਉਹਨਾਂ ਦਾ ਮਾਣ ਸਨਮਾਨ ਵੀ ਘੱਟ ਹੋਇਆ ਸੀ। ਗਾਂਧੀ ਜੀ ਦੀ ਇਹ ਜੋ ਕਹੀ ਹੋਈ ਗੱਲ ਸੀ ਇਹ ਸੱਚ ਸਾਬਤ ਹੋ ਗਈ ਸੀ। ਅੱਗੇ ਜਾ ਕੇ ਪਲਾਂਟਰਸ ਨੇ ਹੌਲੀ ਹੌਲੀ ਸਾਰੀਆਂ ਜ਼ਮੀਨਾਂ ਹੀ ਛੱਡ ਦਿੱਤੀਆਂ ਤੇ ਜ਼ਮੀਨਾਂ ਦੁਬਾਰਾ ਕਿਸਾਨਾਂ ਕੋਲ ਆ ਗਈਆਂ ਸੀ ਤੇ ਇਹ ਜੋ ਸ਼ੇਅਰ ਕ੍ਰੌਪਿੰਗ ਸਿਸਟਮ ਸੀ ਸਦਾ ਲਈ ਖਤਮ ਹੋ ਗਿਆ ਸੀ। ਚੰਪਾਰਨ ਵਾਲਾ ਜੋ ਇਹ ਐਪੀਸੋਡ ਹੈ ਤੇ ਇਹ ਤਾਂ ਇੱਥੇ ਹੀ ਖਤਮ ਹੋ ਗਿਆ, ਪਰ ਗਾਂਧੀ ਜੀ ਨੇ ਦੇਖਿਆ ਕਿ ਬਹੁਤ ਜ਼ਿਆਦਾ ਪਿਛੜਾਪਣ ਸੀ ਚੰਪਾਰਨ ਦੇ ਵਿੱਚ। ਗਾਂਧੀ ਜੀ ਨੇ ਉੱਥੇ 6 ਸਕੂਲ ਖੁਲਵਾਏ। ਉਹਨਾਂ ਦੇ ਦੋ ਕੁ ਉਹਨਾਂ ਦੇ ਚੇਲੇ ਵੀ ਆ ਗਏ ਸਨ, ਹੋਰ ਲੋਕ ਵੀ ਆ ਗਏ ਸੀ ਗਾਂਧੀ ਜੀ ਦੀ ਸਹਾਇਤਾ ਦੇ ਲਈ ਇਸ ਕੰਮ ਦੇ ਵਿੱਚ। ਫਿਰ ਉਹਨਾਂ ਨੇ ਦੇਖਿਆ ਕਿ ਜੋ ਹੈਲਥ ਸਿਸਟਮ ਹੈ, ਹੈਲਥ ਕੰਡੀਸ਼ਨ ਹੈ, ਉਹ ਵੀ ਬਹੁਤ ਮਾੜੀਆਂ ਹਨ। ਇਸ ਲਈ ਉਹਨਾਂ ਨੇ ਹੈਲਥ ਸੈਂਟਰਸ ਵੀ ਉੱਥੇ ਖੋਲ੍ਹੇ। ਇਹ ਸਭ ਕੁਝ ਗਾਂਧੀ ਜੀ ਨੇ ਉੱਥੇ
ਉੱਥੇ ਕੀਤਾ। ਇਹ ਲਾਸਟ ਵਿੱਚ ਗਾਂਧੀ ਜੀ ਨੇ ਕੀ ਕਿਹਾ ਸੀਗਾ, ਇਹ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ। ਮੈਂ ਤਾਂ ਸਿਰਫ ਇਹੀ ਕਹਾਂਗਾ, ਕਿਹਾ ਸੀ ਕਿ ਅੰਗਰੇਜ਼ ਮੇਰੇ ਦੇਸ਼ ਵਿੱਚ ਰਹਿ ਕੇ ਮੇਰੇ ਉੱਤੇ ਹੁਕਮ ਨਹੀਂ ਚਲਾ ਸਕਦੇ। ਇਸ ਤਰ੍ਹਾਂ ਗਾਂਧੀ ਜੀ ਨੇ ਭਾਰਤੀਆਂ ਦੇ ਦਿਲਾਂ ਵਿੱਚ ਅੰਗਰੇਜ਼ਾਂ ਦਾ ਡਰ ਦੂਰ ਕਰ ਦਿੱਤਾ ਸੀ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਤਿਆਰ ਕਰ ਦਿੱਤਾ ਸੀ ਤੇ ਭਾਰਤ ਨੂੰ ਆਜ਼ਾਦ ਕਰਵਾ ਸਕਣ, ਤਾਂ ਕਿ ਅੱਗੇ ਜਾ ਕੇ ਉਹ ਕੀ ਹੈ ਵੀ ਇੰਨੇ ਯੋਗ ਹੋ ਸਕਣ ਕਿ ਉਹ ਭਾਰਤ ਨੂੰ ਆਜ਼ਾਦ ਕਰਵਾ ਸਕਣ। ਅੰਗਰੇਜ਼ਾਂ ਦਾ ਡਰ ਉਹਨਾਂ ਦੇ ਦਿਲਾਂ ਵਿੱਚੋਂ ਗਾਂਧੀ ਜੀ ਨੇ ਖਤਮ ਕਰ ਦਿੱਤਾ ਸੀ। ਅਖੀਰ ਵਿੱਚ ਗਾਂਧੀ ਜੀ ਦਾ ਇੱਕ ਫਾਲੋਅਰਸ ਚਾਰਲਸ ਫਰੀਰ ਐਂਡਰਿਊ ਗਾਂਧੀ ਜੀ ਕੋਲ ਅਲਵਿਦਾ ਕਹਿਣ ਲਈ ਆਇਆ ਸੀ। ਪਰ ਗਾਂਧੀ ਜੀ ਦੇ ਦੋਸਤਾਂ ਨੇ ਕੀ ਸੋਚਿਆ ਸੀ ਕਿ ਜੇਕਰ ਇਹ ਅੰਗਰੇਜ਼ ਉੱਥੇ ਰੁਕ ਜਾਵੇ, ਉਹਨਾਂ ਦੀ ਸਹਾਇਤਾ ਦੇ ਲਈ ਰੁਕ ਜਾਵੇ ਤਾਂ ਚੰਗਾ ਹੋਵੇਗਾ। ਪਰ ਗਾਂਧੀ ਜੀ ਨੇ ਜ਼ੋਰਦਾਰ ਢੰਗ ਨਾਲ ਕਿਹਾ ਸੀ ਕਿ ਤੁਹਾਨੂੰ ਆਪਣੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਤੁਹਾਨੂੰ ਚਾਰਲਸ ਫਰੀਰ ਐਂਡਰਿਊ ਦਾ ਸਹਾਰਾ ਨਹੀਂ ਲੱਭਣਾ ਚਾਹੀਦਾ। ਬਾਈ ਚਾਂਸ ਕੀ ਉਹ ਇੱਕ ਅੰਗਰੇਜ਼ ਹੈ, ਤੁਸੀਂ ਇਸ ਲਈ ਉਸ ਦਾ ਸਹਾਰਾ ਲੱਭ ਰਹੇ ਹੋ। ਆਪਣੇ ਉੱਪਰ ਹੀ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਰਜਿੰਦਰ ਪ੍ਰਸਾਦ ਕਹਿੰਦੇ ਹਨ ਕਿ ਗਾਂਧੀ ਜੀ ਨੇ ਸਾਨੂੰ ਆਤਮ ਨਿਰਭਰਤਾ ਦਾ ਸਬਕ ਵੀ ਸਿਖਾ ਦਿੱਤਾ ਸੀ। ਓਕੇ ਸਟੂਡੈਂਟਸ, ਇੱਥੇ ਇਹ ਲੈਸਨ ਖਤਮ ਹੁੰਦਾ ਹੈ। ਆਈ ਹੋਪ ਸਟੂਡੈਂਟਸ ਤੁਸੀਂ ਚੰਗੀ ਤਰ੍ਹਾਂ ਇਹ ਲੈਸਨ ਸਮਝ ਲਿਆ ਹੋਵੇਗਾ। Please don't forget to subscribe to my channel and to click the like button. Thanks.